ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੂਸਰਾ ਅਧਿਆਇ। ਅਥ ਦੁਤੀਯ ਅਧਿਆਇ। ਪ੍ਰਾਰੰਭ। ਦੋਹਰਾ। ਗੁਰ ਕੀ ਕੀਰਤ ਦੂਸਰੇ। 7 ਸ਼ਲੋਕ ਉਚਾਰ। ਜਾ ਕੇ ਸੁਨੇ ਅਧੈਨ ਤੇ ਹੋਏ ਤ੍ਰਿਤਾਪ ਪ੍ਰਹਾਰ। ਗੁਰ ਕੀ ਕੀਰਤ ਦੂਸਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਦੂਸਰਾ ਅਧਿਆਇ ਸਾਰ ਕਿਤਾਬਲੀ ਗ੍ਰੰਥ ਦਾ ਪੜ੍ਹ ਸੁਣ ਵਿਚਾਰ ਰਹੇ ਹਾਂ, ਜਿਸ ਵਿੱਚ ਦੂਸਰੇ ਅਧਿਆਇ ਦੇ ਗੁਰੂ ਦੀ ਵਡਿਆਈ ਪੰਡਤ ਹਰਦਿਆਲ ਜੀ ਕਥਨ ਕਰਦੇ ਹੈ, ਗੁਰੂ ਦੀ ਮਹਿਮਾ ਦਾ ਵਰਣਨ ਕਰਦੇ ਹੈ। ਆਓ ਆਪਾਂ ਅਧਿਆਇ ਦੂਸਰਾ ਪ੍ਰਾਰੰਭ ਕਰੀਏ। ਦੂਸਰਾ ਅਧਿਆਇ ਹੈ ਆਥ ਦੁਤੀਯ ਅਧਿਆਇ ਪ੍ਰਾਰੰਭ। ਹੁਣ ਦੁਤੀਯ ਕਹੀਏ ਦੂਜਾ ਅਧਿਆਇ ਜਿਹੜਾ ਉਹ ਪ੍ਰਾਰੰਭ ਸ਼ੁਰੂ ਕਰਦੇ ਹਨ। ਕੌਣ? ਪੰਡਤ ਹਰਦਿਆਲ ਜੀ ਮਹਾਰਾਜ ਸੰਤ। ਆਥ ਹੁਣ ਪੰਡਤ ਹਰਦਿਆਲ ਜੀ ਇਸ ਸਾਰ ਕਿਤਾਬਲੀ ਗ੍ਰੰਥ ਦਾ ਜਿਹੜਾ ਦੁਤੀਯ ਦੂਸਰਾ ਅਧਿਆਇ ਹੈ ਉਹ ਪ੍ਰਾਰੰਭ ਕਹੀਏ ਸ਼ੁਰੂ ਕਰਦੇ ਹਨ, ਜਿਸ ਅਧਿਆਇ ਵਿੱਚ ਉਹਨਾਂ ਨੇ ਗੁਰੂ ਦਾ ਵਿਸ਼ਾ ਰੱਖਿਆ, ਭਾਵ ਗੁਰੂ ਦੀ ਵਡਿਆਈ ਮਹਿਮਾ ਦੱਸੀ ਹੈ। ਕਿਉਂਕਿ ਜਿਵੇਂ ਪਹਿਲਾ ਅਧਿਆਇ ਵਿੱਚ ਧਰਮ ਦਾ ਵਡਿਆਈ ਮਹਿਮਾ ਵਿਸ਼ਾ ਕਥਨ ਕੀਤਾ ਹੈ ਅਤੇ ਧਰਮੀ ਮਨੁੱਖ ਦੇ ਗੁਣ ਕਥਨ ਕੀਤੇ ਹੈ, ਉਹ ਸਾਰੇ ਗੁਣ ਜਿਹੜੇ ਆ ਗੁਰੂ ਦੀ ਸ਼ਰਨ ਵਿੱਚ ਜਾ ਕੇ ਪ੍ਰਾਪਤ ਹੁੰਦੇ। ਧਰਮ ਬਿਨਾ ਨਹਿ ਰਾਜ ਬਿਨਾ ਨਹਿ ਧਰਮ ਚਲੈ ਹੈ, ਅਤੇ ਰਾਜ ਬਿਨਾ ਧਰਮ ਨਹੀਂ ਚੱਲਦਾ। ਹਾਂਜੀ, ਅਤੇ ਉਹ ਧਰਮ ਜਿਹੜਾ ਆ ਉਹ ਦਇਆ ਦਾ ਪੁੱਤਰ ਆ ਅਤੇ ਗੁਰੂ ਤੋਂ ਪ੍ਰਾਪਤ ਹੁੰਦਾ, ਗੁਰੂ ਦੀ ਸ਼ਰਨ ਵਿੱਚ ਜਾ ਕੇ। ਇਸ ਲਈ ਗੁਰੂ ਦੀ ਮਹਿਮਾ ਕਰਦੇ ਹੋਏ ਪੰਡਤ ਹਰਦਿਆਲ ਜੀ ਦੂਸਰੇ ਅਧਿਆਇ ਵਿੱਚ ਗੁਰੂ ਦਾ ਵਿਸ਼ਾ ਕਥਨ ਕਰਦੇ ਹਨ। ਹਾਂਜੀ, ਦੋਹਰਾ। ਗੁਰ ਕੀ ਕੀਰਤ ਦੂਸਰੇ। ਪੰਡਤ ਹਰਦਿਆਲ ਜੀ ਸਾਰ ਕਿਤਾਬਲੀ ਗ੍ਰੰਥ ਦੇ ਦੂਸਰੇ ਅਧਿਆਇ ਦੇ ਵਿੱਚ ਗੁਰ ਕੀ ਕਹੀਏ ਗੁਰੂ ਦੀ ਜਿਹੜੀ ਕੀਰਤ ਵਡਿਆਈ ਹੈ, ਮਹਿਮਾ ਹੈ, ਜਸ ਹੈ, ਵਿਸ਼ੇਸ਼ਤਾ ਹੈ, ਉਹਨੂੰ ਜਿਹੜਾ ਹੈ 7 ਸ਼ਲੋਕ ਉਚਾਰ। 7 ਵਿਸ਼ੇਸ਼ਤਾ ਨੂੰ, ਮਹਿਮਾ, ਵਡਿਆਈ ਨੂੰ, ਜਸ ਨੂੰ, ਗੁਰੂ ਦੀ ਨੂੰ ਦੂਸਰੇ ਅਧਿਆਇ ਦੇ ਵਿੱਚ 7 ਜਿਹੜੇ ਆ 7 ਸ਼ਲੋਕ ਉਚਾਰਨ ਕਰਕੇ ਕਥਨ ਕਰਨ ਲੱਗੇ ਆ ਅਤੇ ਕਥਨ ਕਰਦੇ ਹਨ। ਜਾ ਕੇ ਸੁਨੇ ਅਧੈਨ ਤੇ ਜਾ ਕੇ ਕਹੀਏ ਜਿਸ, ਜਾ ਕਹੀਏ ਜਿਸ ਦੇ, ਭਾਵ ਜਿਨ੍ਹਾਂ ਜਾਂ ਜਿਸ ਦੇ, ਜਿਨ੍ਹਾਂ 7 ਸ਼ਲੋਕਾਂ ਦੇ ਵਿੱਚ ਜਿਹੜੀ ਹੈ ਨਾ ਉਹ ਗੁਰੂ ਦੀ ਕੀਰਤੀ ਬਹੁਤ ਕੀਤੀ, ਵਡਿਆਈ ਕੀਤੀ ਹੈ। ਜਿਸ ਗੁਰੂ ਦੀ ਕੀਰਤੀ ਵਡਿਆਈ ਨੂੰ ਸੁਣੇ ਕਹੀਏ ਸੁਣਨ, ਅਤੇ ਅਧੈਨ ਕਹੀਏ ਅਧਿਐਨ, ਅਭਿਆਸ ਕਰਨ ਨਾਲ, ਵਾਰ ਦਾ ਅਭਿਆਸ ਕਰਨ ਨਾਲ ਇਹਨਾਂ 7 ਸ਼ਲੋਕਾਂ ਦਾ, ਜਿਨ੍ਹਾਂ 7 ਸ਼ਲੋਕਾਂ ਨੂੰ ਪੜ੍ਹਨ, ਅਧਿਐਨ ਕਹੀਏ ਪੜ੍ਹਨ ਨਾਲ ਹੈ, ਪੜ੍ਹਨ ਦੇ ਨਾਲ, ਅਤੇ ਇਹਦਾ ਅਰਥ ਨਾਲ ਜਾਂ ਕਰਕੇ, ਪੜ੍ਹਨ ਦੇ ਕਰਕੇ, ਪੜ੍ਹਨ ਨਾਲ ਹੋਏ ਤ੍ਰਿਤਾਪ ਪ੍ਰਹਾਰ। ਤ੍ਰਿਤਾਪ ਪਾਠ, ਭਾਵ ਤ੍ਰੇ ਨਾਮ ਕਹੀਏ 3 ਦਾ, ਤਾਪ ਕਹੀਏ ਨਾਮ ਤਾਪ ਦਾ। 3 ਪ੍ਰਕਾਰ ਦੇ ਜਿਹੜੇ ਤਾਪ ਹੈ ਨਾ ਉਹ ਕਿਹੜੇ? ਆਦਿ, ਵਿਆਧੀ, ਉਪਾਧੀ। ਆਮ ਜਿਹੜੇ ਆਪਾਂ ਕਹਿੰਦੇ ਹਾਂ ਆਪਣੀ ਬੋਲੀ ਵਿੱਚ, ਉਹ ਤਿੰਨੇ ਤਾਪ ਪ੍ਰਹਾਰ ਨਾਸ ਹੋਏ ਕਹੀਏ ਹੋ ਜਾਂਦੇ ਹਨ। ਜਿਨ੍ਹਾਂ 7 ਸ਼ਲੋਕਾਂ ਨੂੰ ਸੁਣਨ ਨਾਲ ਅਤੇ ਅਧਿਐਨ ਕਹੀਏ ਪੜ੍ਹਨ ਦੇ ਨਾਲ ਤ੍ਰਿਤਾਪ, ਤਿੰਨੇ ਤਾਪ ਪ੍ਰਹਾਰ ਕਹੀਏ ਨਾਸ ਹੋਏ ਹੋ ਜਾਂਦੇ ਹਨ। ਅਤੇ ਇਹ ਪਾਠ ਅਧਿਐਨ ਹੀ ਕਰਨਾ, ਇਹਨੂੰ ਆਪਣੇ ਕੋਲੋਂ ਅਧਿਐਨ ਨਹੀਂ ਕਰਨਾ। ਐੜਾ ਧੱਦੇ ਦਲਾਵਾਂ ਨੰਨਾ ਪਾਠ ਹੀ ਇਸ ਸ਼ੁੱਧ। ਅਤੇ ਉਹ 3 ਤਾਪ ਦੇ ਜਿਹੜੇ 3 ਪ੍ਰਕਾਰ ਦੇ ਤਾਪ ਆ
ਉਹਨੂੰ ਜਿਹੜੇ ਗ੍ਰੰਥਾਂ ਵਿੱਚ ਜਿਹੜੇ ਆਪਣੇ ਹੁੰਦੇ ਨਾ ਅਧਿਆਤਮ ਗ੍ਰੰਥ ਸਿਧਾਂਤ ਆਦਿਕ ਦੇ, ਉਹਦੇ ਵਿੱਚ ਇਵੇਂ ਨਾਮ ਦੇ ਦਿੰਦੇ ਥੋੜ੍ਹਾ ਅਧਿਆਤਮ ਅਤੇ ਅਧਿਭੂਤਕ ਅਤੇ ਅਧਿਦੈਵ ਨਾਮ ਇਹ ਤਿੰਨਾਂ ਤਾਪਾਂ ਦਾ। ਆ ਜਿਹੜਾ ਆਦਿ ਆ, ਆਦਿ ਕਹੀਦਾ ਵਾ ਮਨ ਦੇ ਰੋਗ, ਵਿਆਧੀ ਕਹੀਦਾ ਸਰੀਰ ਦੇ ਰੋਗ, ਹਾਂਜੀ। ਉਪਾਧੀ ਕਹੀਦਾ ਉਪੱਦਰ ਜਿਹੜੇ ਉੱਤੋਂ ਪੈ ਜਾਣੇ, ਹਾਂਜੀ। ਜਿਹੜੇ ਰਗੜੇ ਝਗੜੇ ਲੜਾਈਆਂ ਦੇਵੀ ਦੇਵਤਿਆਂ ਦਾ ਕੁਝ ਛਾਇਆ ਹੋ ਜਾਣੀ ਭੂਤ ਪ੍ਰੇਤਾਂ ਦੀ, ਇਹਨੂੰ ਉਪਾਧੀ ਜਿਹੜਾ ਤਾਪ ਕਹਿੰਦੇ ਆ। ਮਨ ਦੇ ਰੋਗ, ਸਰੀਰ ਦੇ ਰੋਗ ਵਿਆਧੀ, ਉਪਾਧੀ ਕਹੀਏ ਸਿੱਧਾ ਬਾਣੀ ਦੇ ਰੋਗ। ਕਿਸੇ ਨੂੰ ਗਾਲ ਗੂਲ ਕੱਢ ਦਿੱਤੀ ਜੇ ਕਲੇ ਪੈ ਜਾਂਦੀ ਨਾ, ਉਪੱਦਰ ਪੈ ਜਾਂਦੀ, ਉਪਾਧੀ ਰੋਗ ਹੈ। ਅਤੇ ਵਿਦਵਾਨ ਜਨ ਅਧਿਆਤਮ ਭਾਵ ਆਦਿ ਰੋਗ, ਅਧਿਭੂਤਕ ਕਹੀਏ ਵਿਆਧੀ ਰੋਗ ਅਤੇ ਅਧਿਦੈਵ ਕਹੀਏ ਉਪਾਧੀ ਰੋਗ। ਇਵੇਂ ਨਾਂ ਹੀ ਬਦਲੇ ਆ, ਸਮਝ ਲੈਣੇ ਆ। ਅਧਿਆਤਮ ਨਾਮ ਆਦਿ ਜਿਹੜੇ ਆ ਤਾਪ ਆ, ਅਤੇ ਅਧਿਆਤਮ ਭਾਵ ਜੋ ਰੋਗ ਹੋ ਜੇ ਕੋਈ ਸਾਨੂੰ, ਜੋ ਰੋਗ ਭੁੱਖ ਆਦਿਕ, ਭੁੱਖ ਪਿਆਸ ਆਦਿਕ ਦੇ ਨਾਲ ਦੁੱਖ ਹੋਵੇ ਨਾ, ਅਤੇ ਭੁੱਖ ਪਿਆਸ ਨਾਲ, ਹਾਂਜੀ, ਕੋਈ ਰੋਗ ਹੋ ਜੇ ਜਾਂ ਸਰੀਰ ਨੂੰ ਵਿਆਧੀ ਰੋਗ ਹੋ ਜੇ, ਜਿਹੜਾ ਮਨ ਨੂੰ ਜਿਹੜਾ ਦੁੱਖ ਜਿਹਾ ਪਹੁੰਚਦਾ ਨਾ, ਉਸ ਨੂੰ ਅਧਿਆਤਮ ਤਾਪ ਆਖਦੇ ਆ। ਅਧਿਆਤਮ ਨਾਮ ਮਨ ਦਾ ਵੀ ਹੁੰਦਾ, ਅਧਿਆਤਮ ਪ੍ਰਕਾਸ਼ ਦਾ ਅਰਥ ਉਹ ਕੀਤਾ ਸੀ। ਭਾਵ ਜਿਹੜੇ ਮਨ ਦੇ ਰੋਗ ਆ, ਭੁੱਖ ਆਦਿ ਪਿਆਸ, ਇਹ ਮਨ ਦੇ ਹੀ ਹੈ ਨਾ ਜਿਹੜੇ ਧਰਮ ਦੇ। ਇਸ ਕਰਕੇ ਜਿਹੜਾ ਭੁੱਖ ਰੋਗ ਦੇ ਨਾਲ ਦੁੱਖ ਹੋਵੇ ਆਪਣੇ ਮਨ ਨੂੰ, ਉਸ ਨੂੰ ਅਧਿਆਤਮ ਤਾਪ ਆਖਦੇ। ਅਧਿਭੂਤਕ ਭਾਵ ਵਿਆਧੀ ਰੋਗ, ਜੋ ਚੋਰ ਸੱਪ ਬਿੱਛੂ ਜ਼ਹਿਰੀਲੀ ਚੀਜ਼ ਆਦਿ ਦੇ ਡਰ ਨਾਲ ਤਾਪ ਹੋਵੇ, ਉਸ ਨੂੰ ਅਧਿਭੂਤਕ ਤਾਪ ਆਖਦੇ ਹਾਂ। ਭੂਤ ਨਾਮ ਹੁੰਦਾ ਸਰੀਰ ਦਾ, ਪੰਜਾਂ ਭੂਤਾਂ ਤੋਂ ਬਣਿਆ ਹੋਇਆ, ਪੰਜਾਂ ਤੱਤਾਂ ਤੋਂ ਬਣਿਆ ਹੋਇਆ। ਇਸ ਕਰਕੇ ਜਿਹੜੇ ਸਰੀਰ ਦੇ ਰੋਗ ਆ ਉਹ ਅਧਿਭੂਤਕ ਆ। ਜਿਹੜਾ ਡਰ ਜਿਹਾ ਲੱਗਦਾ ਰਹਿੰਦਾ ਨਾ ਸਰੀਰ ਨੂੰ ਚੋਰ ਤੋਂ, ਸੱਪ ਆਦਿਕ ਦੇ ਨਾਲ ਜਿਹੜਾ ਤਾਪ ਤੂਪ ਹੋ ਜੇ, ਇਹਨੂੰ ਅਧਿਭੂਤਕ ਤਾਪ ਆਖਦੇ ਆ। ਅਧਿਦੈਵ ਜਿਹੜੇ ਉਪਾਧੀਆਂ, ਉਪੱਦਰਵ ਜੱਛ ਜਿਹੜੇ ਹੁੰਦੇ ਆ, ਰਾਖਸ਼ ਭੂਤ ਪ੍ਰੇਤ, ਇਹਨਾਂ ਦੇ ਨਾਲ ਜਿਹੜਾ ਦੁੱਖ ਹੋਵੇ ਉਹਨੂੰ ਅਧਿਦੈਵ ਤਾਪ ਆਖਦੇ ਆ। ਅਤੇ ਇਹਨਾਂ ਤਾਪਾਂ ਨੂੰ ਜਿਵੇਂ ਪਹਿਲਾਂ ਦੱਸਿਆ ਵੀ ਆਮ ਸ਼ਬਦਾਂ ਵਿੱਚ ਆਦਿ ਵਿਆਧੀ ਅਤੇ ਉਪਾਧੀ ਕਿਹਾ ਜਾਂਦਾ। ਜਿਵੇਂ ਮਨ ਦੇ ਵਿੱਚ ਕੋਈ ਤਾਪ ਜਿਹਾ ਬਣਿਆ ਰਹਿਣਾ, ਦੁਖੀ ਜਿਹਾ ਰਹਿਣਾ, ਸੋਗ ਗਮੀ ਜਿਹੀ ਰਹਿਣੀ, ਇਹ ਆਦਿ ਰੋਗ ਆ। ਸਰੀਰ ਦੇ ਵਿੱਚ ਦੁੱਖ ਬਣੇ ਰਹਿਣੇ, ਬਿਮਾਰੀਆਂ ਲੱਗ ਲੁੱਗ ਜਾਣੀਆਂ, ਕਦੀ ਕੋਈ, ਉਹਨੂੰ ਵਿਆਧੀ ਰੋਗ, ਬੁਖਾਰ, ਕੈਂਸਰ, ਏਡਜ਼, ਸ਼ੂਗਰ, ਇਹ ਵਿਆਧੀ ਰੋਗ। ਅਤੇ ਬਾਹਰੋਂ ਕੋਈ ਭੂਤ ਪ੍ਰੇਤ ਦੀ ਪੀੜਾ, ਡਾਂਗ ਸੋਟੇ ਚੱਲ ਜਾਣੇ, ਲੜਾਈਆਂ ਹੋ ਜਾਣੀਆਂ, ਗੱਲ ਗੁੱਲ ਕਰ ਦੇਣੀ, ਕਿਸੇ ਨੂੰ ਗਾਲ ਕੱਢ ਦੇਣੀ, ਜਿਹੜੇ ਇਹ ਤੋਂ ਰੋਗ ਹੋ ਜਾਣੇ, ਉਹ ਇਹ ਤੋਂ ਲੜਾਈ ਝਗੜਾ ਹੋ ਜਾਣਾ, ਇਹ ਉਪਾਧੀ ਉਪੱਦਰਵ ਆ। ਅਤੇ ਡਾਂਗ ਸੋਟੇ ਚੱਲ ਜਾਣਾ, ਇਹ ਜਿਹੜਾ ਇਹ ਤੋਂ ਦੁੱਖ ਹੋਣਾ, ਉਹਨੂੰ ਉਪਾਧੀ ਤਾਪ ਆਖਦੇ। ਪੰਡਿਤ ਹਰਦਿਆਲ ਜੀ ਕਥਨ ਕਰਦੇ ਆ, ਜੋ ਵੀ ਇਸ ਅਧਿਆਇ ਨੂੰ ਇਕਾਗਰ ਚਿੱਤ ਨਾਲ ਸਰਵਣ ਕਰੇਗਾ, ਹਾਂਜੀ, ਸੁਣੇਗਾ ਵਾ ਸਰਵਣ ਕਰੇਗਾ, ਅਧਿਐਨ ਕਹੀਏ, ਇਹਦਾ ਅਧਿਐਨ ਕਰੇਗਾ, ਅਭਿਆਸ ਕਰੇਗਾ, ਪੁਨः ਵਾਰ ਵਾਰ ਪੜ੍ਹੇਗਾ, ਉਹਦੇ ਜਿਹੜੇ ਤਾਪ ਤਿੰਨੇ ਤਾਪ ਆ ਪ੍ਰਹਾਰ ਨਾਸ ਹੋ ਜਾਣਗੇ। ਇਹ ਕਹਿ ਰਹੇ ਦਰਬ ਖਰਚ ਸਤ ਪਾਤਰ ਮੈਂ। ਹੁਣ ਕਹਿੰਦੇ ਆ ਦਰਬ, ਹੇ ਭਾਈ, ਜੋ ਮਨੁੱਖ ਸਤ ਪਾਤਰ, ਸਤ ਕਹੀਏ ਸੱਚਾ, ਪਾਤਰ ਕਹੀਏ ਅਧਿਕਾਰੀ, ਹਾਂਜੀ, ਇੱਕ ਹੁੰਦਾ ਪਾਤਰ, ਇੱਕ ਹੁੰਦਾ ਕੁਪਾਤਰ। ਸੱਚੇ ਪਾਤਰ ਭਾਵ ਯੋਗ ਪੁਰਸ਼, ਜਿਹੜਾ ਬਣਦਾ, ਜਿਹਨੂੰ ਕੋਈ ਚੀਜ਼ ਦੇਣੀ ਬਣਦੀ ਆ। ਇੱਕ ਤਾਂ ਹੁੰਦਾ ਨਾ ਆਪਾਂ ਭਰੇ ਨੂੰ ਭਰਦੇ ਹਾਂ, ਜਿਵੇਂ ਘੜਾ ਭਰਿਆ, ਸਤ ਪਾਤਰ, ਉਹ ਘੜਾ ਭਰਿਆ ਜਿਹੜਾ ਮੰਨ ਲਓ ਕਿ ਪਾਤਰ ਆ, ਉਹਦੇ ਵਿੱਚ ਜਲ ਤੇ ਭਰਿਆ, ਹੋਰ ਪਾਵਾਂਗੇ ਥੱਲੇ ਡੁੱਲੂਗਾ, ਕੋਈ ਫਾਇਦਾ ਨਹੀਂ ਹੋਣਾ। ਜਿਹੜਾ ਘੜਾ ਖਾਲੀ ਆ, ਜੇ ਉਹਦੇ ਵਿੱਚ ਪਾਵਾਂਗੇ ਅਤੇ ਉਹ ਘੜੇ ਵਿੱਚ ਪਾਣੀ ਸਮਾ ਜਾਊਗਾ, ਉਹਨੂੰ ਜ਼ਰੂਰਤ ਵੀ ਆ, ਉਹ 'ਚ ਪੈ ਸਕਦਾ, ਉਹ ਸਤ ਪਾਤਰ ਆ।
हाँ जी, सच्चा सुच्चा भांडा आ। इसे तरह कहते भी दरब खर्च जो मनुख आ ना, सत पात्र भाव सच्चा अधिकारी योग पुरुष अनाथ गरीब ਜਿਹਨੂੰ ਯੋਗ ਬਣਦਾ ਤੇ ਉਸ ਯੋਗ ਪੁਰਸ਼ ਦੇ ਸੰਬੰਧ ਦੇ ਵਿੱਚ ਮੈਂ ਕਹੀਏ ਵਿੱਚ ਦਰਬ ਪੈਸਾ ਖਰਚਦਾ ਹੈ, ਖਰਚ ਕਰਦਾ ਹੈ। ਜਨਮ ਜਾਏ ਗੁਰ ਸੇਵ ਅਤੇ ਜਿਸ ਸਿੱਖ ਦਾ ਜਿਸ ਮਨੁੱਖ ਦਾ ਸਾਰਾ ਜਨਮ ਆਪਣੇ ਗੁਰ ਸੇਵਾ ਆਪਣੇ ਗੁਰੂ ਦੀ ਟਹਿਲ ਸੇਵਾ ਦੇ ਵਿੱਚ ਹੀ ਜਾਏ ਕਹੀਏ ਜਾਂਦਾ ਬਤੀਤ ਹੋ ਜਾਂਦਾ। ਜਿਹੜੇ ਦਿਨ ਵਿਸਰੋ ਨਹੀਂ ਰਾਤ ਸਿਮਰਨ ਕਰਦੇ ਸੇਵਾ ਕਰਦੇ। ਹਾਂਜੀ, ਹਰ ਸਿਮਰਨ ਮਹਿ ਚਿੱਤ ਜਿਹ ਫਿਰ ਜਿਸ ਮਨੁੱਖ ਦਾ ਚਿੱਤ ਜਿਹੜਾ ਮਨ ਹੈ ਜਾਂ ਚਿੱਤ ਆ ਉਹ ਹਰ ਕਹੀਏ ਹਰ ਵੇਲੇ ਹਰ ਕਹੀਏ ਪਰਮਾਤਮਾ ਦੇ ਸਿਮਰਨ ਦੇ ਮਹਿ ਕਹੀਏ ਵਿੱਚ ਜੁੜਿਆ ਹੋਇਆ ਹੈ। ਵਹ ਪੰਡਿਤ ਸੁਰਤ ਭੇਵ ਵਹ ਕਹੀਏ ਉਹ ਸਰੋਤ ਕਹੀਏ ਵੇਦਾਂ ਸਰੋਤ ਕਹੀਏ ਕਿਉਂਕਿ ਵੇਦਾਂ ਨੂੰ ਸੁਰਤੀਆਂ ਕਿਹਾ ਜਾਂਦਾ ਸੀ। ਪਹਿਲਾਂ ਸਰਵਣ ਕੀਤੇ ਜਾਂਦੇ ਸਨ, ਪਹਿਲਾਂ ਵੇਦ ਲਿਖੇ ਲੁਖੇ ਨਹੀਂ ਸੀ ਜਾਂਦੇ, ਇੱਕ ਦੂਜੇ ਤੋਂ ਸਰਵਣ ਕਰਕੇ ਕੰਠ ਕੀਤੇ ਜਾਂਦੇ ਸਨ, ਤਾਂ ਇਹਦਾ ਨਾਮ ਸਰੋਤ ਪਿਆ ਹੈ। ਸੁਰਤੀ ਕਹਿ ਦਿੰਦੇ ਆਪਾਂ, ਸਰੋਤ ਕਹਿੰਦੇ ਸਿੱਧਾ, ਸੰਸਕ੍ਰਿਤ ਵਿੱਚ ਸੁਰਤੀ ਕਹਿ ਦਿੰਦੇ। ਵਾਹ ਪੰਡਿਤ ਉਹ ਜਿਹੜਾ ਪੰਡਿਤ ਆ ਉਹ ਪੰਡਿਤ ਹੀ ਆ। ਵੇਦਾਂ ਕਹੀਏ ਸੁਰਤੀਆਂ ਵੇਦਾਂ ਸੁਰਤੀਆਂ ਦੇ ਭੇਵ ਕਹੀਏ ਭੇਦ ਨੂੰ ਜਾਣਨ ਵਾਲਾ, ਭਾਵ ਉਹੀ ਉਹ ਸਰੋਤ ਭੇਵ ਵੇਦਾਂ ਦਾ ਭੇਵ ਕਹੀਏ ਭੇਦ ਗਿਆਤਾ ਵਾ, ਭਾਵ ਵੇਦਾਂ ਦੇ ਜਿਹੜਾ ਭੇਦ ਆ ਨਾ ਸਿਧਾਂਤ ਨੂੰ ਜਾਣਨ ਵਾਲਾ। ਹਾਂਜੀ, ਦਰਬ ਖਰਚ ਸਤ ਪਾਤਰ ਮੈਨ ਪੈਸਾ ਜਿਹੜਾ ਖਰਚ ਕਰਦਾ ਸੱਤ ਪਾਤਰ ਸੱਚੇ ਪਾਤਰ ਅਧਿਕਾਰੀ ਦੇ ਵਿੱਚ ਯੋਗ ਪੁਰਸ਼ ਵੇਖ ਕੇ ਉਹਦੀ ਸੇਵਾ ਟਹਿਲ ਵਿੱਚ ਪਤਾ ਇਹਨੂੰ ਗਰੀਬ ਨੂੰ ਕੱਪੜੇ ਦੀ ਲੋੜ ਆ, ਇਹਨੂੰ ਧਨ ਦੀ ਲੋੜ ਆ, ਜਿੱਥੇ ਸਮਝਦਾ ਦੇਣਾ ਬਣਦਾ ਜਿਹੜਾ ਇਹ ਜਿਹਾ ਸੱਤ ਅਧਿਕਾਰੀ ਦੇ ਟਹਿਲ ਵਿੱਚ ਸੱਤ ਪਾਤਰ ਦੇ ਯੋਗ ਦੇ ਵਿੱਚ ਤੇ ਪੈਸਾ ਖਰਚ ਕਰਦਾ ਜੋ ਪੁਰਸ਼, ਅਤੇ ਫਿਰ ਜਿਹਦਾ ਆਪਣੇ ਗੁਰੂ ਦੀ ਸੇਵਾ ਵਿੱਚ ਜਨਮ ਜਾਂਦਾ, ਫਿਰ ਜਿਸ ਪੁਰਸ਼ ਦਾ ਚਿੱਤ ਮਨ ਹਮੇਸ਼ਾ ਆਪਣੇ ਗੁਰੂ ਦੇ ਸਿਮਰਨ ਪਰਮੇਸ਼ਰ ਦੇ ਸਿਮਰਨ ਵਿੱਚ ਲੱਗਾ ਹੋਇਆ, ਉਹ ਪੰਡਿਤ ਸਰੋਤ ਭੇਵ ਉਹੀ ਬਹੁ ਕਹੀਏ ਉਹੀ ਪੰਡਿਤ ਵਿਦਵਾਨ ਆ, ਉਹੀ ਗਿਆਨੀ ਆ, ਮਹਾਂਪੁਰਸ਼ ਆ, ਅਤੇ ਉਹੀ ਉਹ ਪੰਡਿਤ ਕੀ ਆ ਸਰੋਤ ਕਹੀਏ ਵੇਦਾਂ ਦੇ ਭੇਵ ਕਹੀਏ ਭੇਦ ਨੂੰ ਜਾਣਨ ਵਾਲਾ, ਸਿਧਾਂਤ ਨੂੰ ਜਾਣਨ ਵਾਲਾ, ਉਹੀ ਉਹ ਪੰਡਿਤ ਜਿਹੜਾ ਵੇਦਾਂ ਦਾ ਭੇਵ ਕਹੀਏ ਗਿਆਤਾ ਹੈ। ਐਵੇਂ ਸਮਝ ਲੈਣਾ। ਅਤੇ ਇਹ ਤਾਂ ਜਿਹੜਾ ਅਰਥ ਇੱਕ ਕੀਤਾ ਨਾ ਅਤੇ ਸਮਾਨ ਰੂਪ ਕਰਕੇ ਹੈ, ਇੱਕ ਵਿਸ਼ੇਸ਼ ਰੂਪ ਕਰਕੇ ਦੂਸਰਾ ਅਰਥ ਹੈ ਖਾਸ ਤੌਰ 'ਤੇ। ਇੱਕ ਤਾਂ ਜਿਹੜਾ ਵੀ ਬਣਦਾ ਹੀ ਲਿਖਿਆ ਹੀ ਹੈ ਉਹਦੇ ਹਿਸਾਬ ਨਾਲ ਕੀਤਾ, ਇੱਕ ਹੈਗਾ ਵਿਸ਼ੇਸ਼ ਰੂਪ ਕਰਕੇ। ਦੂਸਰਾ ਅਰਥ ਐਵੇਂ ਕਰਦੇ ਵਿਦਵਾਨ ਦਰਬ ਖਰਚ ਸਤ ਪਾਤਰ ਜੋ ਕਹੀਏ ਮਨੁੱਖ ਸਤ ਕਹੀਏ ਜੋ ਤ੍ਰੈ ਕਾਲ ਆਬਾਦ ਰੂਪ ਪਰਮਾਤਮਾ ਜੋ ਆਦਿ ਸੱਚ ਜੁਗਾਦਿ ਸੱਚ, ਜੋ ਇੱਕੋ ਇੱਕ ਸੱਚਾ ਅਤੇ ਪਰਮੇਸ਼ਰ ਹੀ ਹੋਵੇ ਅਤੇ ਕੋਈ ਹੈ ਨਹੀਂ, ਜੋ ਤ੍ਰੈ ਕਾਲ ਜਿਹਦਾ ਤਿੰਨਾਂ ਸਮਿਆਂ ਵਿੱਚ ਬਾਦ ਨਹੀਂ ਹੁੰਦਾ, ਸੰਸਾਰ ਦਾ ਬਾਦ ਹੋ ਜਾਂਦਾ, ਰੱਸੀ ਵਿੱਚ ਸੱਪ ਦਾ ਬਾਦ ਹੋ ਜਾਂਦਾ, ਰੱਸੀ ਸੱਪ ਲੱਗਦੀ, ਹਾਂਜੀ, ਗਿਆਨ ਹੋਣ 'ਤੇ ਉਹ ਹੀ ਸੱਪ ਰੱਸੀ ਬਣ ਜਾਂਦਾ, ਉਹਦਾ ਬਾਦ ਹੋ ਜਾਂਦਾ। ਪਰਮੇਸ਼ਰ ਤਿੰਨਾਂ ਸਮਿਆਂ ਵਿੱਚ ਇੱਕ ਹੀ ਰਹਿੰਦਾ ਹੈ, ਜਿਵੇਂ ਰੱਸੀ ਇੱਕੋ ਹੀ ਸੀ, ਉਹ ਹੀ ਸੱਪ ਲੱਗਣ ਲੱਗੀ, ਉਹੀ ਰੱਸੀ ਬਣੀ, ਪਰਮੇਸ਼ਰ ਇਸੇ ਤਰ੍ਹਾਂ ਹੀ। ਅਤੇ ਜੋ ਸਤ ਕਹੀਏ ਤ੍ਰੈ ਕਾਲ ਆਬਾਦ ਰੂਪ ਪਰਮਾਤਮਾ, ਉਸ ਪਰਮਾਤਮਾ ਨੂੰ ਜਿਸ ਨੇ ਆਪਣੇ ਅੰਤःਕਰਨ ਰੂਪੀ ਜਿਹੜਾ ਪਾਤਰ ਭਾਂਡਾ ਆ, ਸਤ ਪਰਮਾਤਮਾ ਹੋ ਗਿਆ ਸਿੱਧਾ ਜਿਹਾ, ਅਤੇ ਪਾਤਰ ਕਹੀਏ ਅੰਤঃਕਰਨ ਹਿਰਦੇ ਰੂਪੀ ਭਾਂਡਾ ਬਰਤਨ ਦੇ ਮੈਂ ਕਹੀਏ ਵਿੱਚ ਪਾ ਲਿਆ ਉਸ ਪਰਮਾਤਮਾ ਨੂੰ,
ਜਾਂ ਉਹਦੇ ਨਾਮ ਨੂੰ। ਹਾਂਜੀ, ਅਤੇ ਉਸ ਗੁਰੂ ਦੇ ਨਿਮਿਤ ਜਿਸ ਜਗਿਆਸੂ ਦਾ ਧਨ ਖਰਚ ਹੁੰਦਾ ਹੈ, ਭਾਵ ਆਪਣਾ ਸਰਬੰਸ ਗੁਰੂ ਨੂੰ ਅਰਪਣ ਕਰ ਦਿੰਦਾ। ਦਰਬ ਖਰਚ, ਜਿਹੜਾ ਦਰਬ ਪੈਸਾ ਹੈ ਨਾ, ਪੈਸਾ ਜਾਂ ਸਰੀਰ ਵੇਲੇ ਆਪਣੇ ਧੀਆਂ ਪੁੱਤਰੇ ਵੀ ਇੱਕ ਪੈਸਾ ਹੀ ਹੈ। ਇਸ ਤਰ੍ਹਾਂ ਭਾਵ ਆਪਣਾ ਸਰਬੰਸ ਹੀ ਗੁਰੂ ਨੂੰ ਅਰਪਣ ਕਰ ਦਿੰਦਾ, ਜਾਂ ਆਪਣਾ ਪੈਸਾ ਹੀ ਸਾਰਾ ਜਿਹੜਾ ਜਿਸ ਜਗਿਆਸੂ ਦਾ ਸਾਰਾ ਧਨ ਹੀ ਆਪਣੇ ਗੁਰੂ ਦੇ ਨਿਮਿਤ ਹੀ ਖਰਚ ਹੋ ਜਾਂਦਾ। ਹਾਂਜੀ, ਅਤੇ ਉਹ ਬਹੁਤ ਮਹਾਨ ਆ, ਕਿਉਂਕਿ ਸ਼ਾਸਤਰਾਂ ਵਿੱਚ 2 ਪ੍ਰਕਾਰ ਕਰਕੇ ਗੁਰੂ ਨੂੰ ਧਨ ਅਰਪਣਾ ਕਰਨਾ ਲਿਖਿਆ। ਪਹਿਲਾ ਇਹ ਹੈ ਕਿ ਪਤੀ ਪੁੱਤਰ ਪਸ਼ੂ ਦਾਸ ਦਾਸੀਆਂ ਆਦਿ ਨੂੰ ਤਿਆਗ ਕੇ ਤਿਆਗੀ ਗੁਰੂ ਕੋਲ ਜਾਵੇ। ਆਪ ਤਿਆਗ ਕੇ ਤਿਆਗੀ ਗੁਰੂ ਕੋਲ ਜਾਵੇ, ਇਹ ਤਿਆਗ ਹੀ ਗੁਰੂ ਨੂੰ ਧਨ ਅਰਪਣ ਕਿਹਾ ਜਾਂਦਾ। ਜਿਹੜਾ ਆਪਣੇ ਪਰਿਵਾਰ ਦਾ ਮੋਹ ਛੱਡ ਕੇ ਚਲੇ ਜਾਣਾ, ਇਹ ਇੱਕ ਤਿਆਗ ਧਨ ਦਾ, ਕਿਉਂਕਿ ਗੁਰੂ ਆਪ ਦਾ ਤਿਆਗੀ ਹੈ, ਉਹ ਆਪ ਤਾਂ ਗ੍ਰਹਿਣ ਨਹੀਂ ਕਰਦਾ, ਪਰ ਉਸ ਗੁਰੂ ਦੀ ਪ੍ਰਾਪਤੀ ਵਾਸਤੇ ਧਨ ਦਾ ਤਿਆਗ ਕੀਤਾ। ਦੂਸਰਾ ਧਨ ਦਾ ਅਰਪਣ ਇਹ ਆ, ਜੇਕਰ ਗੁਰੂ ਗ੍ਰਹਿਸਥੀ ਆ ਤਾਂ ਸਾਰਾ ਧਨ ਪਦਾਰਥ ਜੋ ਵੀ ਦਾਸ ਦਾਸੀਆਂ ਵਾ, ਹਾਂਜੀ ਪਸ਼ੂ ਆ, ਪਦਾਰਥ ਘਰ ਵਿੱਚ ਉਹਦੀ ਭੇਟਾ ਗੁਰੂ ਆਪਣੇ ਚੜ੍ਹਾ ਦੇਵੇ ਜੇ ਗੁਰੂ ਗ੍ਰਹਿਸਥੀ ਹੈ। ਜੇ ਤੇ ਤਿਆਗੀ ਗੁਰੂ ਤੇ ਆਪ ਵੀ ਤਿਆਗੀ ਬਣ ਕੇ, ਹਾਂਜੀ, ਅਤੇ ਚਲਿਆ ਜਾਵੇ, ਕਿਉਂਕਿ ਗੁਰੂ ਵੀ ਤਿਆਗੀ, ਗੁਰੂ ਨੇ ਉਹ ਕੋਈ ਤਾਂ ਲੈਣਾ ਨਹੀਂ। ਅਤੇ ਜੇ ਗੁਰੂ ਗ੍ਰਹਿਸਥੀ ਹੈ ਤਾਂ ਫਿਰ ਗੁਰੂ ਨੂੰ ਆਪਣਾ ਸਭ ਕੁਝ ਹੀ ਅਰਪਣ ਕਰ ਦੇਵੇ। 2 ਪ੍ਰਕਾਰ ਦਾ ਸ਼ਾਸਤਰਾਂ ਵਿੱਚ ਧਨ ਅਰਪਣਾ ਕਿਹਾ ਵਾ। ਇਸ ਪ੍ਰਕਾਰ ਗੁਰੂ ਨੂੰ ਧਨ ਅਰਪਣਾ ਕਰਦੇ ਵੀ ਜਿਹੜਾ ਵੇਖੋ, ਜੇ ਗ੍ਰਹਿਸਥੀ ਗੁਰੂ ਤੇ ਗ੍ਰਹਿਸਥੀ ਗੁਰੂ ਨੂੰ ਸਾਰਾ ਕੁਝ ਹੀ ਆਪਣਾ ਦੇ ਦੇਣਾ, ਅਤੇ ਜੇ ਗੁਰੂ ਤਿਆਗੀ ਹੈ ਅਤੇ ਆਪ ਵੀ ਤਿਆਗੀ ਹੋ ਜਾਣਾ, ਭਾਵ ਗੁਰੂ ਵਾਸਤੇ ਆਪ ਵੀ ਧਨ ਤਿਆਗ ਦੇਵੇ। ਇਹੀ ਜਿਹੜਾ ਤਿਆਗ ਕਰਨਾ, ਇਹ ਗੁਰੂ ਨੂੰ ਧਨ ਅਰਪਣ ਕਰਨਾ। ਫਿਰ ਉਹ ਅਤੇ ਇਹੋ ਜਿਹਾ ਜਿਹੜਾ ਪੁਰਸ਼ ਆ, ਜਨਮ ਜੈ ਗੁਰ ਸੇਵ, ਉਹਦਾ ਜਿਹੜਾ ਸਾਰਾ ਜਨਮ ਆ ਤਨ ਮਨ ਧਨ ਕਰਕੇ ਗੁਰੂ ਦੀ ਸੇਵਾ ਵਿੱਚ ਹੀ ਬਤੀਤ ਹੋ ਰਿਹਾ। ਜਨਮ ਜਾਏ ਜਨਮ ਜਾਂਦਾ ਹੈ ਜਿਹਦਾ, ਹਰ ਸਿਮਰਨ ਮਹਿ ਚਿੱਤ ਜੇਹ, ਜੇ ਦੇ ਜੱਜੇ ਨੂੰ ਵੀ ਸਿਹਾਰੀ ਅਤੇ ਹਾਹੇ ਨੂੰ ਵੀ ਸਿਹਾਰੀ ਆ, ਸ਼ੁੱਧ ਪਾਠ। ਫਿਰ ਜੋ ਗੁਰੂ ਨੇ ਭਜਨ ਕਰਨਾ ਦੱਸਿਆ, ਗੁਰ ਮੰਤਰ ਦਿੱਤਾ, ਵਾਹਿਗੁਰੂ ਗੁਰ ਮੰਤਰ ਹੈ। ਕੋਈ ਵੀ ਜਾਂ ਗੁਰੂ ਨੇ ਕਿਸੇ ਨੂੰ ਕੋਈ ਵੀ ਮੰਤਰ ਦਿੱਤਾ, ਅਤੇ ਉਸ ਪੁਰਸ਼ ਦਾ ਪਰਮੇਸ਼ਰ ਦੇ ਹਰ ਕਹੀਏ ਪਰਮੇਸ਼ਰ ਦੇ ਸਿਮਰਨ ਵਿੱਚ ਹੀ ਜਿਸ ਦਾ ਜਿਸ ਦਾ ਚਿੱਤ ਜੁੜਿਆ ਰਹਿੰਦਾ ਹੈ, ਜੁੜਿਆ ਹੋਇਆ ਹੈ, ਉਹ ਪੰਡਿਤ ਸਰੋਤ ਪੇਵ, ਉਹ ਹੀ ਵੇਦਾਂ ਦੇ ਜਿਹੜਾ ਸਰੋਤ ਕਹੀਏ ਵੇਦਾਂ ਦੇ ਭੇਵ ਕਹੀਏ ਭੇਦ ਨੂੰ ਸਿਧਾਂਤ ਨੂੰ, ਹਾਂਜੀ, ਜਾਣਨ ਵਾਲਾ, ਸਮਝ ਰੱਖਣ ਵਾਲਾ ਹੈ, ਅਤੇ ਬਹੁ ਪੰਡਿਤ ਉਹੀ ਉਹ ਪੰਡਿਤ ਹੈ। ਹੁਣ ਅੱਗੇ ਚੌਪਈ ਦੇ ਵਿੱਚ ਜਗਿਆਸੂ ਦਾ ਕਰਤੱਵ ਗੁਰੂ ਜੀ ਜਿਹੜੇ ਦੱਸ ਰਹੇ, ਭਾਵ ਅੱਗੇ ਜਗਿਆਸੂ ਦਾ ਕਰਤੱਵ ਦੱਸ ਰਹੇ, ਹੁਣ ਤੇ ਸਿੱਖ ਦੀ ਅੱਗੇ ਮਹਿਮਾ ਕੀਤੀ ਹੈ ਨਾ ਵੀ ਸਿੱਖ ਇੱਦਾਂ ਕਰ ਦੇਵੇਂ, ਅਤੇ ਹੁਣ ਜਗਿਆਸੂ ਦਾ ਹੋਰ ਦੱਸ ਰਹੇ ਕਰਤੱਵ ਸਿੱਖ ਨੇ ਕਰਨਾ ਕੀ ਹੈ, ਜਗਿਆਸੂ ਨੇ ਕਰਨਾ ਕੀ ਹੈ, ਵੀ ਗੁਰੂ ਅੱਗੇ ਰਹਿਣਾ ਕਿੱਦਾਂ, ਨਾ ਮਾਣੇ ਬਣ ਨਹੀਂ ਬਹਿਣਾ। 24 ਦੇ ਰਾਹੀਂ ਕਥਨ ਕਰਦੇ ਹੈ ਪੰਡਿਤ ਹਰਦਿਆਲ ਜੀ, 24 ਲਿਖਦੇ, ਚੌਪਈ ਪੂਛੇ ਗੁਰ ਤੇ ਸੋਭ ਸਿੱਖ ਤਦਬ ਹੁਣ ਨਿਰਮਾਨਤਾ ਸਿੱਖ ਦੀ, ਕਹਿੰਦੇ ਤਦਬ ਕਹੀਏ ਤਦ ਵੀ ਫਿਰ ਵੀ ਸਿੱਖ ਜਿਹੜਾ ਨਾ ਜਗਿਆਸੂ ਆ, ਉਹ ਆਪਣੇ ਗੁਰੂ ਤੋਂ ਜਿਹੜੀ ਸੁਭ ਚੰਗੀ ਸਿੱਖਿਆ, ਸ੍ਰੇਸ਼ਟ ਸਿੱਖਿਆ, ਉੱਤਮ ਸਿੱਖਿਆ ਪੁੱਛਦਾ ਹੀ ਰਹੇ। ਤਦ ਵੀ ਫਿਰ ਵੀ ਤਦ ਪਦਾਰਥ ਆ, ਤਦ ਵੀ ਜਾਂ ਫਿਰ ਵੀ ਸਿੱਖ ਨਾ ਆਪਣਾ ਸਿੱਖ ਜਿਹੜਾ ਵਾ ਜਗਿਆਸੂ ਆ, ਗੁਰ ਤੇ ਆਪਣੇ ਗੁਰੂ ਤੋਂ ਜਿਹੜੀ ਸੁਭ ਸਿੱਖਿਆ ਚੰਗੀ ਸਿੱਖਿਆ ਵਾ, ਉਹ ਪੁੱਛਦਾ ਹੀ ਰਹੇ। ਸਿੱਖ ਦਾ ਅਰਥ ਕੀ ਕਰਨਾ, ਵੀ ਸਿੱਖਿਆ ਵੀ ਸ਼ੁਭ ਸਿੱਖਿਆ, ਸਿੱਖ ਦਾ ਅਰਥ ਸਿੱਖ ਵੀ ਜਗਿਆਸੂ, ਦੋਵੇਂ ਪਾਸੇ ਲਾ ਲੈਣਾ। ਵੀ
ਗੁਰੂ ਜੇ ਆਪਾਂ ਤੋਕ ਮੁਤਾਬਕ ਅਰਥ ਕਰੀਏ ਸਿੱਧਾ ਬਣਦਾ ਵੀ ਪੁੱਛਦਾ ਰਹੇ ਗੁਰੂ ਤੋਂ ਚੰਗੀ ਸਿੱਖਿਆ ਤਦ ਬਗਈ ਤਦ ਵੀ, ਅਤੇ ਅਰਥ ਸਪਸ਼ਟ ਕਰ ਲਈ ਪਿੱਛੋਂ ਅਰਥ ਲੈ ਲੈਣਾ। ਫਿਰ ਵੀ ਜਿਹੜੀ ਚੰਗੀ ਸਿੱਖਿਆ ਆ ਉਹ ਆਪਣੇ ਗੁਰੂ ਤੋਂ ਸਿੱਖ ਪੁੱਛਦੇ ਰਹੇ। ਗਿਆਨਵਾਨ ਹੋਵੇ ਨਿਜ ਯਦਪ, ਹੋਵੇ ਪਾਠ ਲਿਖਿਆ ਪਰ ਪਾਠ ਕੀ ਆ ਹੋਵੇ। ਗਿਆਨਵਾਨ ਹੋਵੇ ਨਿਜ ਯਦਪ, ਯਦਪ ਕਹੀਏ ਭਾਵੇਂ ਕਿ ਨਿਜ ਕਹੀਏ ਆਪਣੇ ਆਪ 'ਚ, ਹਾਂਜੀ, ਬ੍ਰਹਮ ਗਿਆਨੀ ਵੀ ਹੋ ਜਾਵੇ ਸਿੱਖ, ਹਾਂਜੀ, ਅਤੇ ਗਿਆਨਵਾਨ ਫੁੱਲ ਹੋਵੇ, ਕਹੇ ਗਿਆਨ ਦੀ ਕਮੀ ਨਾ ਹੋਵੇ ਮਾਸਾ ਵੀ। ਯਦਪ ਕਹੀਏ ਭਾਵੇਂ ਉਹ ਸਿੱਖ ਜਿਹੜਾ ਵਾ ਸਿੱਖਿਆ ਲੈਣ ਵਾਲਾ ਆਪਣੇ ਗੁਰੂ ਤੋਂ ਗਿਆਨਵਾਨ ਵੀ ਹੋਵੇ, ਨਿੱਜ ਕਹੀਏ ਆਪਣੇ ਆਪ ਵਿੱਚ ਬਹੁਤ ਗਿਆਨਵਾਨ ਹੋਵੇ, ਬ੍ਰਹਮ ਗਿਆਨੀ ਕਿਉਂ ਨਾ ਹੋਵੇ। ਹੈਂ ਜਿਵੇਂ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਸੀ, ਫਿਰ ਵੀ ਜਿਹੜਾ ਕੋਈ ਬਚਨ ਬਿਲਾਸ ਗੁਰੂ ਮਹਾਰਾਜ ਅੱਗੇ ਹੱਥ ਜੋੜ ਕੇ ਕਰਦੇ ਰਹੇ। ਇਸ ਤਰ੍ਹਾਂ ਭਾਵੇਂ ਆਪਣੇ ਆਪ ਵਿੱਚ ਗਿਆਨਵਾਨ ਬ੍ਰਹਮ ਗਿਆਨੀ ਕਿਉਂ ਨਾ ਹੋਵੇ ਸਿੱਖ, ਗਿਆਨਵਾਨ ਵੀ ਹੋਵੇ। ਗੁਰ ਨਿਸ਼ਚੈ ਯੁਤ ਬਚਨ ਧਰੇ ਜਬ ਕਹੀਏ ਜਦੋਂ ਗੁਰੂ ਜੀ ਗਿਆਨ ਦੇਣ ਵਾਲੇ ਉਪਦੇਸ਼ ਦੇਣ, ਵੱਡੀ ਮਹਾਨ ਸਿੱਖਿਆ ਦੇਣ, ਅਤੇ ਉਸ ਉਪਦੇਸ਼ ਨੂੰ ਨਿਸ਼ਚੈ ਜੁਤ, ਨਿਸ਼ਚੇ ਦੇ ਜੁਤ ਕਹੀਏ ਸਹਿਤ, ਜਦੋਂ ਸਿੱਖ ਆਪਣੇ ਚਿੱਤ ਵਿੱਚ ਧਿਆਨ ਵਿੱਚ ਧਰੇ ਕਹੀਏ ਧਾਰਨ ਕਰੇਗਾ, ਫਲ ਕੀ ਮਿਲੂਗਾ। ਦੇਹ ਸਿੱਖ ਕੋ ਪਰਮ ਸ਼ਾਂਤ ਤਬ ਕਹੀਏ ਤਦੋਂ ਗੁਰੂ ਦੇ ਬਚਨ ਉਸ ਸਿੱਖ ਕੋ ਕਹੀਏ ਸਿੱਖ ਨੂੰ ਜਿਹੜੇ ਪਰਮ ਸ਼ਾਂਤੀ ਨਾ, ਵੱਡੀ ਆਤਮਿਕ ਸ਼ਾਂਤੀ ਹੈ, ਉਹ ਦੇਹ ਦੇ ਦੇਣਗੇ। ਅਰਥਾਤ ਵੀ ਸਿੱਖ ਆਪਣੇ ਆਪ ਵਿੱਚ ਕਿੰਨਾ ਵੀ ਸਿਆਣਾ ਹੋਵੇ, ਮਹਾਨ ਹੋਵੇ, ਗਿਆਨੀ ਹੋਵੇ, ਪਰ ਉਹ ਸਿੱਖ ਹੀ ਹੁੰਦਾ, ਉਹ ਗੁਰੂ ਤੋਂ ਕਦੀ ਟੱਪ ਨਹੀਂ ਸਕਦਾ। ਸਿੱਖ ਹੀ ਰਹਿਣਾ, ਗੁਰੂ ਰਹਿਣਾ, ਅਤੇ ਸਿੱਖ ਦਾ ਇਹੀ ਕਰਤੱਵ ਹੁੰਦਾ ਵਾ, ਇਹੀ ਕਰਤੱਵ ਹੁੰਦਾ ਵਾ, ਇਹੀ ਉਹਦਾ ਨਿਯਮ ਹੁੰਦਾ ਵਾ, ਇਹੀ ਉਹਦਾ ਨੇਮ ਆ ਕਿ ਉਹ ਆਪਣੇ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰਦਾ ਰਹੇ। ਜੋ ਗੁਰੂ ਸਿੱਖਿਆ ਦਿੰਦੇ ਰਹੇ, ਜੋ ਗੁਰ ਕਹੇ ਸੋਈ ਭਲ ਮਾਨਹੁ, ਅਤੇ ਹੋਰ ਆਤਮਿਕ ਆਨੰਦ ਮਾਣਨ ਲਈ ਗੁਰੂ ਪਾਸੋਂ ਨਿਮਰਤਾ ਸਹਿਤ ਬੇਨਤੀਆਂ ਹੀ ਕਰਦਾ ਰਹੇ। ਬੇਨਤੀ ਰੂਪ ਵਿੱਚ ਪ੍ਰਸ਼ਨ ਕਰਕੇ ਆਤਮਿਕ ਮੰਡਲ ਦੇ ਜਿਹੜੇ ਗੁੱਝੇ ਭੇਦ ਆ ਗੁਰੂ ਕੋਲ ਪੁੱਛਦਾ ਰਹੇ। ਜਦੋਂ ਗੁਰੂ ਦਿਆਲਤਾ ਦੇ ਘਰ ਵਿੱਚ ਆ ਕੇ ਉਪਦੇਸ਼ ਦੁਆਰਾ ਰੂਹਾਨੀਅਤ ਜਿਹੜੀ ਰੱਬੀ ਦਾਤ ਦੇ ਦੇਣਗੇ ਨਾ, ਤਦ ਸਿੱਖ ਦੇ ਹਿਰਦੇ ਵਿੱਚ ਸ਼ਾਂਤੀ ਆ ਜਾਊਗੀ, ਅਤੇ ਬਹੁਤ ਉਹਦੇ 'ਤੇ ਕਿਰਪਾ ਹੋ ਗੁਰੂ ਦੀ। ਪੁੱਛੇ ਗੁਰ ਤੇ ਜਦੋਂ ਸਿੱਖ ਫਿਰ ਵੀ ਆਪਣੇ ਗੁਰੂ ਤੋਂ ਪੁੱਛੇ, ਭਾਵੇਂ ਕਿ ਉਹ ਆਪਣੇ ਅੱਜ ਬੜਾ ਗਿਆਨਵਾਨ ਹੋਵੇ, ਗੁਰ ਨਿਸ਼ਚੈ ਜੋਤ ਬਚਨ ਧਰੇ ਜਦੋਂ ਉਹ ਗੁਰੂ ਦੇ ਬਚਨਾਂ 'ਤੇ ਨਿਸ਼ਚਾ ਧਰੂਗਾ, ਯਕੀਨ ਧਰੂਗਾ, ਅਤੇ ਫਿਰ ਗੁਰੂ ਤਦੋਂ ਪਰਮ ਸ਼ਾਂਤੀ ਆਪਣੇ ਸਿੱਖ ਨੂੰ ਦੇਹ ਕਹੀਏ ਦੇਣਗੇ ਅਤੇ ਦਿੰਦੇ। ਜੇ ਨਿਸ਼ਚੇ ਸਹਿਤ ਤਾਂ ਕਿਹਾ ਵਾ ਵੀ ਇੱਕ ਵਾਲੇ ਹੁੰਦਾ ਵਾ, ਜਦੋਂ ਸਾਨੂੰ ਕੋਈ ਪਤਾ ਹੋਵੇ ਨਾ ਗੱਲ ਦਾ, ਫਿਰ ਅਸੀਂ ਅਗਲੇ ਦੀ ਗੱਲ ਨਹੀਂ ਸੁਣਦੇ, ਅਸੀਂ ਕਹਿੰਦੇ ਇਹਦਾ ਤਾਂ ਮੈਨੂੰ ਪਤਾ ਹੀ ਆ। ਇੱਥੇ ਕੋਈ ਪੜ੍ਹਨਾ ਜੇ ਸਿੱਖਿਆ ਲੈਣ, ਹੁਣ ਉਹਨੇ ਸਾਰ ਕਿਤਾਬ ਵਾਲੀ ਪੜ੍ਹੀ ਹੋਵੇ ਇੱਕ ਵਾਰ, ਥੋੜ੍ਹੀ ਬਹੁਤੀ ਆਉਂਦੀ ਵੀ ਹੋਵੇ, ਉਹਨੂੰ ਆਪਾਂ ਪੜ੍ਹਾਵਾਂਗੇ ਤਾਂ ਉਹਨੇ ਧਿਆਨ ਨਹੀਂ ਦੇਣਾ, ਉਹਨੇ ਕਹਿਣਾ ਇਹ ਮੈਨੂੰ ਆਉਂਦੀ। ਪਰ ਜੇ ਉਹ ਧਿਆਨ ਨਾਲ ਸੁਣੇ, ਹੋ ਸਕਦਾ ਉਹਨੂੰ ਕੋਈ ਚੀਜ਼ ਚੰਗੀ ਮਿਲ ਜਾਵੇ, ਕਿਉਂਕਿ ਸਭ ਦਾ ਗਿਆਨ ਵੱਖੋ ਵੱਖਰਾ। ਜਦੋਂ ਵੀ ਕਿਸੇ ਉਸਤਾਦ ਵਿਦਿਆ ਗੁਰੂ ਤੋਂ ਜਾਣਾ ਆ ਪਾਸ, ਨਿਸ਼ਚੇ ਸਹਿਤ ਗੁਰੂ ਦੇ ਬਚਨ ਸੁਣੇ, ਅਤੇ ਵਿਦਿਆ ਗੁਰੂ ਦਾਸ ਦੇ ਗਿਆਨੀ ਸਿੰਘ ਸਾਹਿਬ ਮਹਾਰਾਜ ਬਾਬਾ ਅਮਰਜੀਤ ਸਿੰਘ ਜੀ, ਹੈੱਡ ਕਥਾਕਾਰ ਸ੍ਰੀ ਹਜ਼ੂਰ ਸਾਹਿਬ ਵਾਲੇ, ਉਹਨਾਂ ਨੇ ਆਪਾਂ ਨੂੰ ਇਹੀ ਸਿੱਖਿਆ ਦਿੱਤੀ ਸੀ ਜਿੱਦਣ ਇਹ ਅਧਿਆਏ ਪੜ੍ਹਾ ਰਹੇ ਸਨ, ਕਿ ਗੁਰੂ ਆਪਣੇ 'ਚ ਕਦੀ ਜ਼ਿੰਦਗੀ 'ਚ ਭੁੱਲ ਭੁਲੇਖੇ ਆਪਾਂ ਨੂੰ ਲੱਗੇ ਵੀ ਆਪਾਂ ਦੋਸ਼ ਵੇਖ ਰਹੇ ਹਾਂ ਆਪਣੇ ਉਸਤਾਦ ਵਿੱਚ, ਫਿਰ ਵੀ ਕਦੀ ਗੁਰੂ 'ਤੇ ਸ਼ੰਕਾ ਨਹੀਂ ਕਰਨਾ ਜੇ ਕੁਝ ਲੈਣਾ ਤਾਂ, ਹਾਂਜੀ, ਅਤੇ ਆਪਣੇ ਗੁਰੂ ਨੂੰ ਕਦੀ ਮਾੜਾ ਨਹੀਂ ਕਹਿਣਾ ਉਸਤਾਦ ਨੂੰ,
ਹਮੇਸ਼ਾ ਆਪਣੇ ਉਸਤਾਦ ਦੀ ਸਿਫਤ ਕਰਨੀ ਹੈ, ਚੜ੍ਹਦੀ ਕਲਾ 'ਚ ਰਹਿਣ ਲਈ ਅਰਦਾਸ ਕਰਨੀ ਆ, ਤੁਹਾਡੀ ਚੜ੍ਹਦੀ ਕਲਾ ਰਹੂਗੀ। ਅੱਗੇ ਇਹਦੇ ਸੰਬੰਧ ਵਿੱਚ ਬਚਨ ਵੀ ਆ ਹੀ ਜਾਣਾ। ਇਸ ਕਰਕੇ ਨਿਸ਼ਚੇ ਸਹਿਤ ਗੁਰੂ ਦੇ ਬਚਨ ਸੁਣੇ, ਕਦੀ ਆਪਣਾ ਆਪ ਨਾ ਜਣਾਵੇ। ਆਪਾ ਭਾਵ ਗਵਾਈ ਦੇਵੇ, ਆਪ ਗਵਾਈ ਸੇਵਾ ਕਰੇ ਤਾਂ ਕਿ ਛੁਪਾਈ ਮਾਣ। ਗੁਰੂ ਦੀ ਸੇਵਾ ਕਰਕੇ ਮਾਣ ਪਾਵੇ। ਤੋਟਕ ਛੰਦ ਗੁਰ ਕੀਰਤ ਕੋ ਅਪਰੋਖ ਕਰੇ। ਹੁਣ ਤੋਟਕ ਛੰਦ ਵਿੱਚ ਦੱਸ ਰਹੇ ਹੈ ਭਾਈ ਆਪਣੇ ਗੁਰ ਕੀਰਤ ਕੋ, ਜਿਹੜੀ ਗੁਰੂ ਦੀ ਕੀਰਤੀ ਹੈ ਨਾ, ਮਹਿਮਾ ਜਸ ਵਡਿਆਈ ਆ, ਉਸ ਮਹਿਮਾ ਵਡਿਆਈ ਨੂੰ ਹਮੇਸ਼ਾ ਹੀ ਗੁਰੂ ਦੇ ਜਿਹੜਾ ਨਾ ਅਪਰੋਖ ਕਰੇ। ਅਪਰੋਖ ਕਹੀਏ ਸਦਾ ਹੀ ਸਾਹਮਣੇ ਕਰੇ, ਭਾਵ ਗੁਰੂ ਦਾ ਜਿਹੜਾ ਜਸ ਹੈ ਨਾ ਸਾਹਮਣੇ ਹੋ ਕੇ ਕਰੇ। ਆਪਣੇ ਗੁਰੂ ਉਸਤਾਦ ਦੀ ਪੂਰੀ ਵਡਿਆਈ ਕਰਨੀ ਸਾਹਮਣੇ ਹੋ ਕੇ। ਮਹਾਰਾਜ ਤੁਹਾਡੇ ਸਿਰ 'ਤੇ ਹੀ, ਤੁਹਾਡੀ ਕਿਰਪਾ ਨਾਲ ਹੀ ਆ, ਬੜੀ ਚੜ੍ਹਦੀ ਕਲਾ ਹੁੰਦੀ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਨੇ ਗੋਂਡ ਰਾਗ ਵਿੱਚ ਜਿਹੜੇ ਹੈ ਨਾ 3 ਬਚਨ 3 ਸ਼ਬਦ ਉਚਾਰਨ ਕੀਤੇ ਆ ਇਕੱਠੇ 864 ਅੰਗ ਦੇ। ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕੈ ਸ਼ਬਦ ਮੰਤਰ ਮਨ ਮਾਨ, ਗੁਰ ਕੇ ਚਰਨ ਹਿਰਦੈ ਲੈ ਧਾਰੋ, ਗੁਰ ਪਾਰ ਸਦਾ ਨਮਸਕਾਰ। ਗੁਰ ਮੇਰੀ ਪੂਜਾ ਗੁਰ ਗੋਬਿੰਦ, ਗੁਰ ਮੇਰਾ ਪਾਰ ਬ੍ਰਹਮ, ਗੁਰ ਭਗਵੰਤ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਨਾਮੈ ਨਾਹੀ ਹੋਰ। ਇਹ 3 ਸ਼ਬਦ ਉਚਾਰੇ ਮਹਾਰਾਜ ਜੀ ਨੇ। ਗੁਰ ਸਤੋਤਰ ਦੇ ਜਿਹੜੇ ਸੰਤ ਮਹਾਤਮਾ ਕਮਾਈ ਵਾਲੇ, ਉਹ ਇਹਨਾਂ ਦਾ ਰੋਜ਼ ਹੀ ਜਾਪ ਕਰਦੇ। ਅਗਲੇ ਸ਼ਬਦ ਆਉਂਦਾ ਵਾ ਇੱਕ ਉਹਦੇ ਨਾਲ ਹੀ ਰਾਮ ਸਤੋਤਰ, ਰਾਮ ਰਾਮ ਸੰਗ ਕਰ ਵਿਵਹਾਰ, ਰਾਮ 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 ਪ੍ਰਾਨ ਆਧਾਰ, ਰਾਮ 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 ਕੀਰਤਨ ਗਾਏ, ਰਮਤ ਰਾਮ ਸਭ ਰਹਿਓ ਸਮਾਏ, ਸੰਤ ਜਨਾ ਮਿਲ ਬੋਲ ਹੋ ਰਾਮ, ਸਭ ਤੇ ਨਿਰਮਲ ਪੂਰਨ ਕਾਮ। ਇਹਨਾਂ 4 ਸ਼ਬਦਾਂ ਦਾ 5ਵਾਂ ਸ਼ਬਦ ਉੱਥੇ ਹੀ ਥੋੜ੍ਹੇ 2 ਅੰਗ ਛੱਡ ਕੇ ਨਾਰਾਇਣ ਸਤੋਤਰ, ਨਾਮ ਨਿਰੰਜਨ ਨੀਰ ਨਾਰਾਇਣ, ਰਸਾਂ ਦਾ ਸਿਮਰਤ ਪਾਪ ਬੁਲਾਇਣ। ਇਹ 5 ਸ਼ਬਦਾਂ ਦਾ ਜਾਪ ਜਿਹੜੇ ਸੰਤ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ ਬ੍ਰਹਮ ਗਿਆਨੀ ਵਿਦਿਆ ਮਾਰਤੰਡ ਕਰਦੇ ਰਹੇ। ਜਿਨ੍ਹਾਂ ਦੀ ਕਮਾਈ ਆ, ਜਿਨ੍ਹਾਂ ਨੂੰ ਭੇਦ ਦਾ ਪਤਾ, ਉਹ ਅੱਜ ਵੀ ਇਹਦਾ ਜਾਪ ਕਰਦੇ ਆ, ਗੁਰੂ ਸਾਹਿਬ ਕਰਾਉਂਦੇ ਉਹਨਾਂ ਕੋਲ। ਅਤੇ ਤਾਂ ਇੱਥੇ ਲਿਖ ਰਹੇ ਆ ਕਿ ਗੁਰੂ ਦੀ ਮਹਿਮਾ ਦੇ 32 ਸ਼ਬਦ ਆਉਂਦੇ ਆ। ਭੈਰੋ ਰਾਗ 'ਚ ਵੀ ਆਉਂਦਾ ਸੱਚੇ ਪਾਤਸ਼ਾਹ ਜੀ ਦਾ ਭਜਨ, ਗੁਰੂ ਅਰਜਨ ਸਾਹਿਬ ਜੀ ਦਾ, ਸਤਿਗੁਰ ਮੇਰਾ ਬੇਮੁਹਤਾਜ, ਸਤਿਗੁਰ ਮੇਰੇ ਸੱਚਾ ਸਾਜ, ਸਤਿਗੁਰ ਮੇਰਾ ਸਭ ਸਕਾ ਦਾਤਾ, ਸਤਿਗੁਰ ਮੇਰਾ ਪੁਰਖ ਵਿਧਾਤਾ, ਗੁਰ ਪੂਰਨ ਗੁਰ ਹੈ ਨਾ, ਕਿੰਨੇ ਬਚਨ ਆਉਂਦੇ। ਅਤੇ ਤਾਂ ਕਰਕੇ ਇੱਥੇ ਲਿਖ ਰਹੇ ਆ ਪੰਡਤ ਹਰਦਿਆਲ ਜੀ, ਗੁਰ ਕੀਰਤ ਕੋ ਅਪਰੋਖ ਕਰੇ। ਗੁਰੂ ਦੀ ਜਿਹੜੀ ਕੀਰਤੀ ਜਸ ਵਡਿਆਈ ਆ, ਉਸ ਵਡਿਆਈ ਨੂੰ, ਉਹਦਾ ਅਰਥ ਨੂੰ ਅਪਰੋਖ ਕਰੇ। ਕਰੇ ਕਹੀਏ ਸਾਹਮਣੇ ਕਰਨਾ ਕਰੇ, ਸਾਹਮਣੇ ਗੁਰੂ ਦਾ ਜਸ ਕਰੇ। ਇੱਕ ਤਾਂ ਹੁੰਦਾ ਨਾ ਜਿੱਦਾਂ ਗੁਰੂ ਬਿਰਾਜਮਾਨ ਆ, ਆਪਾਂ ਸਾਹਮਣੇ ਕਰਨਾ, ਮਤਲਬ ਜਦੋਂ ਆਪਾਂ ਇੱਕ ਤਾਂ ਗੁਰੂ ਪਰਮਾਰਥ ਆ, ਵਿਦਿਆ ਗੁਰੂ ਉਸਤਾਦ ਦੀ, ਉਹਦੀ ਵਡਿਆਈ ਆਪਾਂ ਸਾਹਮਣੇ ਕਰਨੀ। ਕਈ ਕਹਿ ਦਿੰਦੇ ਆ ਜਿਨ੍ਹਾਂ ਨੂੰ ਕੋਈ ਸਿਧਾਂਤ ਨਹੀਂ ਪਤਾ, ਕਹਿੰਦੇ ਉਹ ਲਿਖਿਆ ਜੀ ਸ਼ਾਸਤਰਾਂ ਵਿੱਚ, ਮਹਾਰਾਜ ਨੇ ਲਿਖਿਆ ਕਿਸੇ ਦੀ ਵਡਿਆਈ ਸਾਹਮਣੇ ਨਹੀਂ ਕਰਨੀ। ਉਹ ਭਾਈ ਕਿਸੇ ਦੀ ਨਹੀਂ ਕਰਨੀ, ਜਿਨ੍ਹਾਂ ਦੀ ਨਹੀਂ ਕਰਨੀ ਉਹਦਾ ਪੰਡਿਤ ਹਰਦਿਆਲ ਜੀ ਨੇ ਅੱਗੇ ਲਿਖਿਆ ਹੋਇਆ, ਜਿਸੋਂ ਤੁਹਾਨੂੰ ਨੁਕਸਾਨ ਹੋ ਸਕਦਾ। ਉਸਤਾਦ ਦੀ ਵਡਿਆਈ, ਗੁਰੂ ਪਰਮੇਸ਼ਰ ਦੀ ਵਡਿਆਈ ਕਰੋਗੇ ਤਾਂ ਕੁਝ ਖੱਟ ਲਓਗੇ। ਜਿਹੜੇ ਉਸਤਾਦ ਅੱਗੇ ਤੁਸੀਂ ਉਹਦਾ ਜਸ ਕਰੋਗੇ, ਮਹਾਰਾਜ ਤੁਸੀਂ ਉਸਤਾਦ ਜੀ ਤੁਹਾਡੇ ਬਿਨਾਂ ਆਪਾਂ ਕੀ ਆ, ਉਹ ਉਸਤਾਦ ਤੁਹਾਨੂੰ ਹਰੇਕ ਗੱਲ ਹੀ ਦੱਸੇਗਾ। ਆਪਣੇ ਉਸਤਾਦ ਬਾਬਾ ਧਰਮ ਸਿੰਘ ਜੀ ਨਿਹੰਗ ਸਿੰਘ ਮਹਾਂਪੁਰਸ਼ੀ ਸਨ, ਜਿਨ੍ਹਾਂ ਕੋਲ ਮਾਤੜ ਨੇ ਸਾਰੀ ਸੰਥਿਆ ਕੀਤੀ ਆ, ਮਹਿਤਾ ਵਿਖੇ ਰਹਿ ਕੇ ਦਮਦਮੀ ਟਕਸਾਲ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਵਿਖੇ। ਉਹਨਾਂ ਹੁਣ ਮਹਾਂਪੁਰਸ਼ਾਂ ਦੀ ਆਪਾਂ ਵਡਿਆਈ ਸਾਹਮਣੇ ਕਰ ਦਿੰਦੇ ਹਾਂ, ਅਤੇ ਉਹਨਾਂ ਦਾ ਸੁਭਾਅ ਸਾਧੂ ਸੀ, ਜੋ ਪੁੱਛਦੇ ਸਾਰਾ ਕੁਝ ਦੱਸ ਦਿੰਦੇ। ਇਸ ਕਰਕੇ ਗੁਰੂ ਦੀ ਕੀਰਤੀ ਵਡਿਆਈ ਸਾਹਮਣੇ ਕਰੇ, ਅਪਰੋਖ ਕਹੀਏ ਸਾਹਮਣੇ ਕਰੇ। ਜਸ ਬਾਂਧਵ ਮੀਤਨ ਪਰੋਖ ਰਹੇ। ਹੁਣ ਗੁਰੂ ਦੀ ਬੰਮਾ ਦੇ ਕਰਨੀ ਸਾਹਮਣੇ, ਜਿਨ੍ਹਾਂ ਦੀ ਸਾਹਮਣੇ ਨਹੀਂ ਕਰਨੀ ਉਹ ਵੀ ਸੁਣ ਲਓ। ਬਾਂਧਵ ਜਿਹੜੇ ਸੰਬੰਧੀ ਆ, ਮੀਤਨ ਕਹੀਏ ਮਿੱਤਰ ਆ, ਇਹ ਰਿਸ਼ਤੇਦਾਰਾਂ ਦਾ, ਸੰਬੰਧੀਆਂ ਦਾ, ਮੀਤਨ ਕਹੀਏ ਮਿੱਤਰਾਂ ਦਾ ਜਿਹੜਾ ਜਸ ਆ, ਜਿਹੜੀ ਕੀਰਤੀ ਮਹਿਮਾ ਆ,
ਰੋਖ ਰਰੇ। ਰੋਖ ਗਈਏ ਓਲੇ, ਅਵਰੋਖ ਦਾ ਅਰਥ ਹੁੰਦਾ ਸਾਹਮਣੇ, ਰੋਖ ਗਈਏ ਓਲੇ। ਓਲੇ ਰਰੇ ਕਹੀਏ ਉਚਾਰਨ ਕਰੇ। ਭਾਵ ਮੁੱਕਦੇ ਤਾਂ ਹਰ ਕੋਈ ਪਮਾ ਕਰਨ ਲੱਗ ਜਾਂਦਾ, ਪਰ ਪੇਟ ਪਿੱਛੋਂ ਨਿੰਦਿਆ ਕਰ ਲੱਗ ਜਾਂਦੀ। ਇਸ ਲਈ ਜੋ ਆਪਣੇ ਸੰਬੰਧੀਆਂ ਦੇ ਮਿੱਤਰਾਂ ਦਾ ਜਸ ਆ, ਉਹਨਾਂ ਦੇ ਸਾਹਮਣੇ ਵੀ ਅਤੇ ਮਗਰੋਂ ਵੀ ਸਦਾ ਕਰਦਾ ਰਹੇ, ਉਹੀ ਸੱਚਾ ਮਿੱਤਰ ਹੁੰਦਾ। ਸੰਬੰਧੀਆਂ ਦੇ ਮਿੱਤਰਾਂ ਦਾ ਜਸ ਜਿਹੜਾ ਉਹਨਾਂ ਦੇ ਸਾਹਮਣੇ ਵੀ ਅਤੇ ਮਗਰੋਂ ਵੀ ਸਦਾ ਕਰਦਾ ਰਹੇ, ਉਹ ਸੱਚਾ ਮਿੱਤਰ ਆ। ਅਤੇ ਅਸਲ ਵਿੱਚ ਤਾਂ ਜਿਹੜਾ ਇਹਦਾ ਸਿਧਾਂਤ ਬਣਦਾ ਤੁਕਦਾ ਇੰਨਾ ਹੀ ਆ ਕਿ ਜਸ ਬਾਂਧਵ ਮਿਤਨ ਪਰੋਖ ਰਹੇ। ਇਹਨਾਂ ਦੀ ਵਡਿਆਈ ਪਿੱਛੋਂ ਕਰੇ, ਸਾਹਮਣੇ ਨਾ ਕਰੇ। ਜਦੋਂ ਸਾਹਮਣੇ ਕਰ ਦਿੱਤੀ ਤਾਂ ਇੱਕ ਦਿਨ ਇਹ ਤੁਹਾਨੂੰ ਪੁੱਠੇ ਹੋ ਕੇ ਪੈਣਗੇ, ਤੁਹਾਡਾ ਨੁਕਸਾਨ ਕਰ ਸਕਦੇ। ਜਦੋਂ ਆਪਾਂ ਮਿੱਤਰ ਦੀ ਵਡਿਆਈ ਸਾਹਮਣੇ ਕਰਾਂਗੇ, ਉਹਨੂੰ ਲੱਗਣਾ ਵੀ ਮੇਰੇ 'ਤੇ ਭਰੋਸਾ ਵੱਧ ਗਿਆ, ਫਿਰ ਉਹ ਆਪਣੇ ਨਾਲ ਦੁਰਵਿਹਾਰ ਕਰ ਸਕਦਾ। ਰਿਸ਼ਤੇਦਾਰ ਵੀ ਕਰ ਸਕਦੇ ਆ ਵੀ ਸਾਡੇ 'ਤੇ ਯਕੀਨ ਬਣ ਗਿਆ, ਕੋਈ ਕੁਕਰਮ ਮਾੜਾ ਕਰ ਸਕਦੇ। ਤਾਂ ਕਰਕੇ ਪਰੋਖ ਕਹੀਏ ਓਲੇ ਕਰੇ, ਸਾਹਮਣੇ ਘੱਟ ਹੀ ਕਰੇ, ਬਹੁਤੀ ਨਾ ਕਰੇ। ਅੱਜ ਕੱਲ੍ਹ ਦੇ ਸਾਰੇ ਵਡਿਆਈ ਦੇ ਭੁੱਖੇ ਜੇ ਕੀਤੀ ਨਾ ਫਿਰ ਉੱਕਾ ਹੀ ਰੁੱਸ ਪੈਂਦੇ ਆ। ਹਿਸਾਬ ਦੀ ਕਰੇ, ਮਤਲਬ ਅੱਜ ਕੱਲ੍ਹ ਦੇ ਹਿਸਾਬ ਨਾਲ ਅਰਥ ਇਹੀ ਆ ਵੀ ਪਿੱਛੋਂ ਕਰੇ ਓਲੇ ਕਰੇ, ਸਾਹਮਣੇ ਵਡਿਆਈ ਨਾ ਕਰੇ। ਭ੍ਰੇਤ ਦਾਸ ਜਸੈ ਕਰਮਾਤ ਗਹਿ। ਭ੍ਰੇਤ ਕਹੀਏ ਨੌਕਰ, ਦਾਸ ਕਹੀਏ ਸੇਵਕ। ਨੌਕਰ ਅਤੇ ਦਾਸ ਦਾ ਜਿਹੜਾ ਜਸੈ ਕਹੀਏ ਜਸ ਆ। ਕਰਮਾਂਤ ਗਹਿ, ਕਰਮ ਆਂਤ, ਕੰਨਾਂ ਵਿੱਚੋਂ ਐੜਾ ਲੈ ਲੈਣਾ ਜਾਂ ਮਮੇ ਵਿੱਚੋਂ ਐੜਾ ਨਿਕਲਣਾ, ਕਿਉਂਕਿ ਹਰੇਕ ਮੁਕਤੇ ਅੱਖਰ 'ਚ ਐੜਾ ਨਿਕਲਦਾ। ਅਤੇ ਕਰਮ ਆਂਤ, ਕਰਮ ਕਹੀਏ ਕੰਮ ਦੇ ਅੰਤ ਵਿੱਚ, ਗਹੇ ਕਹੀਏ ਗ੍ਰਹਿਣ ਕਰੇ। ਭਾਵ ਅਰਥ ਗਹੇ ਕਹੀਏ ਕਥਨ ਕਰੇ। ਕਿਹਦੀ? ਨੌਕਰ ਦੀ ਅਤੇ ਦਾਸ ਸੇਵਕ। ਹਾਂਜੀ, ਭਾਵ ਜਿਸ ਕੰਮ ਵਾਸਤੇ ਉਹਨੂੰ ਭੇਜਿਆ ਸੀ, ਜਦੋਂ ਉਹ ਆਪਣਾ ਕੰਮ ਕਰਕੇ ਆ ਜਾਏ ਨਾ, ਨੌਕਰ ਦੇ ਸੇਵਕ ਅਤੇ ਕਰਕੇ ਆ ਜਾਣ, ਤਾਂ ਉਹਨਾਂ ਨੂੰ ਸ਼ਾਬਾਸ਼ ਕਹੇ ਕੰਮ ਹੋਣ ਤੋਂ ਬਾਅਦ। ਅਤੇ ਭ੍ਰੇਤ ਕਿਹਨੂੰ ਕਹਿੰਦੇ? ਜੋ ਨੌਕਰੀ ਲੈ ਕੇ ਸੇਵਾ ਕਰੇ, ਭਾਵ ਜਿਹੜਾ ਪੈਸੇ ਲੈ ਕੇ ਸੇਵਾ ਕਰੇ, ਉਹਨੂੰ ਭ੍ਰੇਤ ਦਾਸ ਆਖਦੇ। ਜੋ ਪ੍ਰੇਮ ਨਾਲ ਹੀ ਸੇਵਾ ਕਰੇ, ਜਿਵੇਂ ਆ ਬਾਬਿਆਂ ਸੰਤਾਂ ਦੀ ਸਿੱਖ ਸੇਵਕ ਡੇਰੇ ਰਹਿ ਕਰਦੇ, ਉਹਨੂੰ ਸੇਵਕ ਕਿਹਾ ਜਾਂਦਾ, ਉਹ ਦਾਸ ਹੁੰਦੇ। ਅਤੇ ਜਿਹੜਾ ਨੌਕਰੀ ਲੈ ਕੇ ਕਰੇ ਨਾ, ਜਿਹੜਾ ਪੈਸਾ ਲੈ ਕੇ ਕਰੇ, ਉਹਨੂੰ ਕਦੀ ਦਾਸ ਨਹੀਂ ਕਿਹਾ ਜਾਂਦਾ। ਹੁਣ ਅੱਜ ਕੱਲ੍ਹ ਤਾਂ ਆਪਾਂ ਹੈ ਹੀ ਨਾ, ਗੁਰਦੁਆਰਿਆਂ 'ਚ ਪੈਸੇ ਪੂਰੇ ਲੈਂਦੇ ਹਾਂ, ਪੈਸੇ ਦੀ ਕੋਈ ਕਮੀ ਨਹੀਂ, ਅਤੇ ਲਿਖਾਇਆ ਹੁੰਦਾ ਦਾਸ ਮੈਨੇਜਰ। ਉਹ ਦਾਸ ਦੂਸ ਨਹੀਂ ਹੁੰਦਾ, ਉਹ ਤਾਂ ਨੌਕਰ ਹੁੰਦਾ। ਦਾਸ ਤਾਂ ਫਰੀ ਸੇਵਾ ਕਰਦਾ ਪ੍ਰੇਮ ਨਾਲ। ਦਾਸ ਨੌਕਰ ਦਾ ਜਿਹੜਾ ਜਸਾ ਕਹੀਏ ਜਸ ਆ, ਉਹ ਕੰਮ ਹੋਣ ਤੋਂ ਬਾਅਦ ਗਹੇ ਕਹੀਏ ਗ੍ਰਹਿਣ ਕਰੇ, ਭਾਵ ਕਥਨ ਕਰੇ, ਜਦੋਂ ਕੰਮ ਪੂਰਾ ਕਰ ਦੇਵੇ। ਪਹਿਲਾਂ ਨਹੀਂ ਕਰਨੀ ਸਿਫਤ, ਹੋ ਸਕਦਾ ਉਹ ਕਰੇ ਬਾਅਦ ਵਿੱਚ ਵਿਗਾੜ ਦੇਵੇ, ਫਿਰ ਗਾਲਾਂ ਕੱਢਾਂਗੇ। ਕੰਮ ਤੋਂ ਬਾਅਦ ਹੀ ਸਿਫਤ ਕਰੇ। ਅਬਲਾ ਸੋਤ ਓਪ ਕਵੀ ਨਾ ਕਹੈ। ਆਪਣੀ ਜਿਹੜੀ ਅਬਲਾ ਇਸਤਰੀ, ਜਾਂ ਅਬਲਾ ਨਾਮ ਇਸਤਰੀ ਦਾ ਹੀ ਹੈ। ਆਪਣੀ ਇਸਤਰੀ 'ਤੇ ਲਿਖਿਆ, ਕਈ ਅਰਥੇ ਦਾ ਵੀ ਕਰ ਲੈਂਦੇ ਵੀ ਜੋ ਆਪਣੇ ਨਾਲ ਪਿਆਰ ਕਰਨ ਵਾਲੀ ਇਸਤਰੀ ਹੈ ਨਾ, ਅਤੇ ਉਹਦੀ ਵਡਿਆਈ ਸਾਹਮਣੇ ਨਾ ਕਰੇ। ਪਰ ਇੱਥੇ ਆਪਾਂ ਅਰਥ ਇਹੀ ਸਹੀ ਲੈਣਾ ਵਾ, ਅਬਲਾ ਸੋਤ, ਭਾਵ ਆਪਣੀ ਇਸਤਰੀ, ਸੋਤ ਕਹੀਏ ਆਪਣਾ ਪੁੱਤਰ ਦੀ ਜਿਹੜੀ ਉਪ ਕਹੀਏ ਉਪਮਾ ਆ, ਮਹਿਮਾ ਆ, ਵਡਿਆਈ ਆ। ਕਵੀ ਨਾ ਕਹੈ, ਕਵੀ ਕਹੀਏ ਕਦੀ ਵੀ ਨਾ ਕਹੇ, ਕਹੀਏ ਕਹਿਣੀ ਕਰੇ। ਕਿਉਂਕਿ ਜੇਕਰ ਇਹਨਾਂ ਦੀ ਉਪਮਾ ਕਰਨ ਨਾਲ ਇਹਨਾਂ ਨੂੰ ਇਹਨਾਂ ਦੀ ਉਪਮਾ ਕਰ ਦਿੱਤੀ, ਤਾਂ ਇਹਨਾਂ ਨੂੰ ਛੇਤੀ ਹੰਕਾਰ ਹੋ ਜਾਂਦਾ, ਮੁੜ ਕੇ ਉਹੋ ਜਿਹੀ ਸੇਵਾ ਨਹੀਂ ਕਰਦੇ ਜਿਹੋ ਜਿਹੀ ਕਰਨੀ ਚਾਹੀਦੀ ਹੈ। ਆਪਣੀ ਘਰ ਵਾਲੀ ਦੀ ਕੋਈ ਸਿਫਤ ਨਾ ਕਰੇ ਵੀ ਮੇਰੀ ਘਰ ਵਾਲੀ ਬਹੁਤ ਚੰਗੀ। ਚਲੋ ਠੀਕ ਹੈ ਵੀ ਅੱਜ ਕੱਲ੍ਹ ਸਿਫਤ ਤੋਂ ਬਿਨਾਂ ਗੱਡੀ ਨਹੀਂ ਚੱਲਦੀ, ਪਰ ਹਾਂ ਇੰਨਾ ਕੰਮ ਮਹਿੰਗਾ ਪੈ ਜਾਂਦਾ ਜਦੋਂ ਆਪਾਂ ਧੀਆਂ ਪੁੱਤਰਾਂ ਦੀ, ਆਪਣੇ ਸਾਡੇ ਬੱਚੇ ਬਹੁਤ ਚੰਗੇ, ਲੋਕ ਕਹਿੰਦੇ ਵੇਖਿਆ, ਫਿਰ ਉਹਨਾਂ ਨੂੰ ਉਹ ਉੱਥੇ ਮਾਰਤੇ ਜਿੱਥੇ ਕਿਸੇ ਨੇ ਮਾਰਿਆ ਨਾ। ਮਤਲਬ ਇਹ ਕਦੀ ਵੀ ਸਿਫਤ ਨਾ ਕਰੇ, ਹਿਸਾਬ ਦਾ ਵਰਤ ਕੇ ਰਹੇ, ਪ੍ਰੇਮ ਨਾਲ ਵਰਤ ਕੇ ਚੱਲੇ, ਨਿਗਰਾਨੀ ਆਪਣੀ ਪੂਰੀ ਕਾਇਮ ਰੱਖੇ,
ਤੇ ਬਿਲਕੁਲ ਸਹੀ, ਕਦੀ ਉਸਤਤ ਨਾ ਹੀ ਕਰੇ ਚੰਗੀ ਗੱਲ ਆ। ਚਲੋ ਆਪੋ ਆਪਣਾ ਗਿਆਨ ਆ, ਕਿਸੇ ਨੇ ਕਹਿਣਾ ਵੀ ਇਹ ਕੀ ਗੱਲ ਆ, ਜੇ ਸਿਫਤ ਨਾ ਕੀਤੀ ਰੋਟੀ ਨਹੀਂ ਪੁੱਛਣੀ, ਇਹ ਵੀ ਗੱਲ ਠੀਕ ਆ। ਪਰ ਅੱਜ ਨੂੰ ਕਈ ਤਾਂ ਆਪਣਾ ਪਰਚੇ ਖੋਲ੍ਹ ਕੇ ਬਹਿ ਜਾਂਦੇ ਰਿਸ਼ਤੇਦਾਰੀਆਂ ਸਾਹਮਣੇ, ਕੋਈ ਆਂਢ ਗੁਆਂਢ ਆਇਆ ਜੀ ਬਹੁਤ ਚੰਗੀ ਮੇਰੀ ਘਰ ਵਾਲੀ, ਮੇਰੇ ਪੁੱਤ ਮੇਰੇ ਬਿਨਾਂ ਖੰਘਦੇ ਨਹੀਂ ਆ, ਪਰ ਉਹ ਕੀ ਕਰਦੇ ਆ ਉਹਨੂੰ ਪਤਾ ਨਹੀਂ ਹੁੰਦਾ। ਇਸ ਕਰਕੇ ਸਿਫਤ ਭਾਵੇਂ ਘੱਟ ਹੀ ਕਰੇ, ਕਿਉਂਕਿ ਉਹਨਾਂ ਨੂੰ ਪਤਾ ਹੋਊਗਾ ਵੀ ਸਾਡੇ ਪਿਓ ਤੇ ਸਾਨੂੰ ਜਾਂ ਘਰ ਵਾਲੀ ਨੂੰ ਪਤਾ ਮੇਰਾ ਘਰ ਵਾਲਾ ਅੱਗੇ ਮੇਰੀ ਸਿਫਤ ਨਹੀਂ ਕਰਦਾ, ਮੇਰੇ ਕੋਲ ਕੋਈ ਗਲਤ ਕੰਮ ਹੋ ਗਿਆ ਤਾਂ ਮੇਰੀ ਇੱਜ਼ਤ ਜਾਂਦੀ ਰਹੂ। ਤਾਂ ਕਰਕੇ ਕਦੀ ਵੀ ਸਿਫਤ ਨਾ ਕਰੇ ਆਪਣੇ ਪੁੱਤਰ ਦੀ ਅਤੇ ਘਰ ਵਾਲੀ ਦੀ। ਦੂਸਰੀ ਗੱਲ, ਲੋਕ ਸਿਫਤਾਂ ਕਰਦੇ ਆ ਫਿਰ ਉਹਨਾਂ ਨੂੰ ਬਹੁਤ ਧੋਖਾ ਵੀ ਹੁੰਦਾ। ਅਤੇ ਇੱਕ ਇਹ ਵੀ ਗੱਲ ਆ, ਮੁੱਖ ਇੱਥੇ ਹੀ ਸ਼ਬਦ ਵਿੱਚ ਆਇਆ ਇਹ ਚੌਪਈ ਵਿੱਚ, ਗੁਰੂ ਦੀ ਸਿਫਤ ਕਰਨੀ ਆ। ਜਿਨ੍ਹਾਂ ਨੇ ਗੁਰੂ ਦੀ ਸਿਫਤ ਕਰ ਦਿੱਤੀ ਉਹਨਾਂ ਨੇ ਸਭ ਦੀ ਸਿਫਤ ਕਰ ਦਿੱਤੀ ਆ। ਵਰਤਣਾ ਰਹਿਣਾ ਪ੍ਰੇਮ ਨਾਲ ਸਾਰਿਆਂ ਨੇ। ਦੋਹਰਾ ਤਜ ਗੁਰ ਮੰਤਰ ਦ੍ਰਿੜ੍ਹ ਹੋਏ, ਜਿਹੜੇ ਮਨੁੱਖ ਹੁਣ ਗੁਰੂ ਦੇ ਦਿੱਤੇ ਹੋਏ ਗੁਰ ਮੰਤਰ ਨੂੰ ਭੁਲਾਉਣ ਵਾਲੇ, ਛੱਡ ਦੇਣ ਵਾਲੇ, ਉਹਨਾਂ ਦਾ ਕੀ ਹਾਲ ਹੁੰਦਾ ਇੱਥੇ ਕਥਾ ਕਰ ਲੱਗੇ। ਤਜ ਗੁਰ ਮੰਤਰ ਦ੍ਰਿੜ੍ਹ ਹੋਏ, ਇਹ ਭਾਈ ਪਰਮਾਤਮਾ ਦੇ ਬੇਅੰਤ ਨਾਮ ਹੈ। ਬੇਅੰਤ ਨਾਮਾਂ ਵਿੱਚੋਂ ਜਿਸ ਦਾ ਨਾਮ ਦਾ ਗੁਰ ਮੰਤਰ, ਗੁਰੂ ਵੱਲੋਂ ਦਿੱਤਾ ਹੋਇਆ ਮੰਤਰ, ਗੁਰੂ ਉਪਦੇਸ਼ ਜਿਹੜਾ ਆ ਉਹ ਗੁਰੂ ਦਿੰਦੇ ਆ। ਕਿਸੇ ਨੂੰ ਰਾਮ ਦਾ ਨਾਮ ਦਿੰਦੇ, ਕਿਸੇ ਨੂੰ ਹਰ ਦਾ, ਕਿਸੇ ਨੂੰ ਕ੍ਰਿਸ਼ਨ ਦਾ, ਕਿਸੇ ਨੂੰ ਗੋਪਾਲ, ਜਿੱਦਾਂ ਜਿੱਦਾਂ ਸਾਨੂੰ ਗੁਰ ਮੰਤਰ ਸਾਡਾ ਵਾਹਿਗੁਰੂ ਮਿਲਿਆ। ਅਤੇ ਇਸ ਤਰ੍ਹਾਂ ਤਜ ਗੁਰ ਮੰਤਰ ਦ੍ਰਿੜ੍ਹ ਹੈ, ਗੁਰੂ ਵੱਲੋਂ ਦਿੱਤਾ ਹੋਇਆ ਜਿਹੜਾ ਗੁਰ ਮੰਤਰ ਉਪਦੇਸ਼ ਆ ਨਾ, ਜਿਹੜਾ ਉਸ ਗੁਰ ਮੰਤਰ ਨੂੰ ਤਜ ਕਹੀਏ ਛੱਡ ਦਿੰਦਾ ਹੈ, ਉਹ ਮਨੁੱਖ ਦਰਿਦਰ ਹੈ, ਉਹ ਦਲਿੱਦਰੀ ਹੋ ਜਾਂਦਾ। ਗੁਰ ਮੰਤਰ ਆ ਗੁਰੂ ਨੇ ਸਿੱਖਿਆ ਦਿੱਤੀ ਕੋਈ ਭਾਈ, ਜਿੱਦਾਂ ਹੁਣ ਕੋਈ ਵਿੱਦਿਆ ਪੜ੍ਹਦੇ ਆ, ਗੁਰੂ ਨੇ ਮੰਤਰ ਦਿੱਤਾ ਭਾਈ ਕਥਾ ਸਿੱਖ ਕੇ ਕਥਾ ਕਰਨੀ, ਪ੍ਰਚਾਰ ਕਰਨਾ। ਜਿਹੜੇ ਉਹ ਛੱਡ ਕੇ ਹੋਰ ਕੰਮ ਫੜ ਲੈਂਦੇ ਨਾ ਸਾਡੇ ਵਰਗੇ, ਮਾਇਆ ਵਿੱਚ ਪੈ ਕੇ ਵੀ ਆਹ ਕੰਮ ਕਰਨਾ, ਜੇ ਕਰਨਾ, ਧੰਦੇ ਖੋਲ੍ਹ ਲੈਂਦੇ, ਫਿਰ ਉਹ ਇੱਕ ਦਿਨ ਦਰਿਦਰੀ ਹੋ ਜਾਂਦੇ, ਕਿਉਂਕਿ ਇਹਨਾਂ ਗੁਰੂ ਦਾ ਉਪਦੇਸ਼ ਧਾਰਨ ਨਹੀਂ ਕੀਤਾ। ਸਤਿਗੁਰੂ ਮਹਾਰਾਜ ਸਾਨੂੰ ਕਿੰਨੀ ਸਿੱਖਿਆ ਜਿਹੜੀ ਛੱਡੀ ਹੋਈ ਨਾ, ਤਾਂਹੀਓ ਆਪਾਂ ਦਲਿੱਦਰ ਹੋ ਰਹੇ ਹਾਂ, ਬੁਰੇ ਹਾਲ ਸਾਡੇ ਹੋ ਰਹੇ ਆ। ਮਹਾਰਾਜ ਦਾ ਬਚਨ ਹੀ ਸੀ ਕਿ ਸ਼ਸਤਰ ਕੇ ਅਧੀਨ ਹੈ ਰਾਜ। ਅੱਜ ਵੇਖੋ ਸ਼ਸਤਰਾਂ ਤੋਂ ਹੀ ਖਾਲੀ ਹੈ, ਸ਼ਸਤਰ ਨਹੀਂ ਸਾਡੇ ਕੋਲ ਹੈਗੇ। ਸਾਨੂੰ ਜਿੱਥੇ ਮਰਜ਼ੀ ਜੁੱਤੀਆਂ ਪੈਂਦੀਆਂ, ਧਰਨੇ 'ਚ ਲਾ ਕੇ ਆਪਾਂ ਬਹਿ ਜਾਂਦੇ ਹਾਂ, ਉੱਥੋਂ ਹੀ ਛਿੱਤਰ ਖਾ ਕੇ ਘਰਾਂ ਨੂੰ ਚਲੇ ਜਾਂਦੇ। ਸ਼ਸਤਰਧਾਰੀ ਹੋਈਏ, ਕਿਸੇ ਨੂੰ ਡਰ ਹੋਵੇ ਵੀ ਸਾਨੂੰ ਮਾਰੂਗਾ, ਕੱਟੂਗਾ, ਆਪੇ ਕੋਈ ਫੈਸਲਾ ਕਰਨ। ਸੋ ਰਹੋ ਵਿਚਾਰ, ਜਿਹੜੇ ਗੁਰੂ ਦਾ ਮੰਤਰ ਤਜ ਕਹੀਏ ਛੱਡ ਦਿੰਦੇ ਆ, ਦਰਿਦਰ ਹੈ, ਉਹ ਦਰਿਦਰੀ ਹੋ ਜਾਂਦਾ, ਗਰੀਬੜਾ ਵੀ ਹੋ ਜਾਂਦਾ, ਅਤੇ ਉਹ ਗੁਰੂ ਦੀ ਸਿੱਖਿਆ ਤੋਂ ਵੀ ਖਾਲੀ ਹੋ ਜਾਂਦਾ। ਗੁਰ ਹੈ ਅਵਗਿਆ ਘਾਤ, ਅਤੇ ਗੁਰ ਹੈ, ਗੁਰ ਹੈ ਗੁਰੂ, ਗੁਰ ਹੈ ਨਾਮ ਗੁਰੂ ਦਾ, ਗੁਰੂ ਦੀ ਅਵਗਿਆ ਕਹੀਏ ਜਿਹੜੀ ਆ ਨਰਾਦਰੀ ਆ, ਨਰਾਦਰੀ ਕਰਨ ਨਾਲ ਗੁਰੂ ਨੂੰ ਘਾਤ ਕਹੀਏ ਮਾਰਨ ਦੇ ਸਮਾਨ ਦੋਸ਼ ਲੱਗਦਾ। ਭਾਵ ਜਿਹੜਾ ਗੁਰੂ ਦੀ ਆਗਿਆ ਨੂੰ ਮੋੜਨਾ ਨਾ, ਜਾਂ ਜੋ ਗੁਰੂ ਜੀ ਨੇ ਮੰਤਰ ਦਿੱਤਾ ਉਸ ਨੂੰ ਤਿਆਗ ਹੀ ਦੇਣਾ, ਇਹ ਮਾਨੋ ਗੁਰ ਹੈ ਅਵਗਿਆ, ਗੁਰੂ ਦੀ ਅਵਗਿਆ, ਇਹ ਗੁਰੂ ਦਾ ਅਪਮਾਨ ਆ, ਗੁਰੂ ਦਾ ਨਰਾਦਰ ਆ। ਅਤੇ ਅਪਮਾਨ ਕੀ ਆ, ਗੁਰੂ ਨੂੰ ਮਾਰਨ ਦੇ ਤੋਲੀ ਆ, ਗੁਰੂ ਦਾ ਘਾਤ ਕਰਨ ਦੇ ਤੋਲੀ ਆ, ਗੁਰੂ ਨੂੰ ਮਾਰਨ ਦੇ ਤੋਲੀ ਆ। ਗੁਰੂ ਨੇ ਸਿੱਖਿਆ ਦਿੱਤੀ, ਛੱਡ ਦਿੱਤੀ ਆਪਾਂ ਲੋਕਾਂ ਨੇ, ਇਹ ਤੋਂ ਵੱਡੀ ਗੁਰੂ ਦੀ ਅਵਗਿਆ ਨਰਾਦਰੀ ਕੀ ਹੋ ਸਕਦੀ। ਇਹ ਤਾਂ ਗੁਰੂ ਨੂੰ ਮਾਰਨ ਦੇ ਤੋਲਿਆ, ਗੁਰੂ ਦੇ ਨਾਲ ਸਹੀ ਕੋਈ ਗੁਰੂ ਨੂੰ ਜਿਉਣ ਨਹੀਂ ਡਏ। ਸੋ ਤਿਆਗ ਦੇਤ ਗੁਰ ਮੰਤਰ ਜੋ ਕਹੀਏ, ਜਿਹੜੇ ਮਨੁੱਖ ਗੁਰੂ ਦੇ ਦਿੱਤੇ ਹੋਏ ਗੁਰੂ ਮੰਤਰ ਉਪਦੇਸ਼ ਨੂੰ ਤਿਆਗ ਦੇਤ, ਤਿਆਗ ਦਿੰਦੇ ਆ, ਤਿਆਗ ਦੇਤ ਦਾ ਅਰਥ ਦਿੰਦੇ, ਤਿਆਗ ਦਿੰਦੇ, ਛੱਡ ਦਿੰਦੇ ਆ। ਸਿੱਧ ਵੀ ਨਰਕੇ ਜਾਤ, ਭਾਵੇਂ ਉਹ ਪੁਰਸ਼ ਸਿੱਧ ਕਿਉਂ ਨਾ ਹੋਵੇ, ਸਿੱਧ ਕਹੇ ਸਿੱਧੀਆਂ ਦਾ ਮਾਲਕ, ਰਿੱਧੀਆਂ ਦਾ ਮਾਲਕ, ਪਦਾਰਥਾਂ ਦਾ ਮਾਲਕ, ਸ਼ਕਤੀਆਂ ਦਾ ਮਾਲਕ ਕਿਉਂ ਨਾ ਹੋਵੇ, ਸਿੱਧ ਉਹ ਅੰਤ ਨੂੰ ਸਿੱਧ ਕਹੀਏ, ਸਿੱਧਾ ਹੀ ਨਰਕੇ ਜਾਤ, ਨਰਕ ਵਿੱਚ ਹੀ ਜਾਂਦਾ। ਹਾਂ, ਸਿੱਧ ਦਾ ਅਰਥ ਸਿੱਧੀਆਂ ਸ਼ਕਤੀਆਂ, ਕਿ ਉਹ ਸਿੱਧ ਪੁਰਸ਼ ਕਿਉਂ ਨਾ ਸ਼ਕਤੀਆਂ ਵਾਲਾ ਵੀ ਹੋਵੇ, ਸਿੱਧ ਕਹੀਏ ਸਿੱਧਾ ਹੀ ਨਰਕਾਂ ਨੂੰ ਜਾਂਦਾ ਹੈ।
ਇਹੋ ਜਿਹੀ ਦੀ ਹਾਲਤ ਹੁੰਦੀ ਆ। ਤੋਟ ਕਛੰਦ ਗੁਰ ਕੇ ਧਨ ਕੋ ਜਨ ਜੋ ਹਰ ਹੈ। ਹੁਣ ਹੋਰ ਦੱਸਣ ਲੱਗੇ, ਕਈਆਂ ਨੂੰ ਆਦਤ ਹੁੰਦੀ ਹੈ ਜਿਹੜੇ ਗੁਰੂ ਤੋਂ ਪੜ੍ਹਦੇ ਲਿਖਦੇ ਆ ਅਤੇ ਉਹ ਗੁਰੂ ਦਾ ਉਹ ਨੁਕਸਾਨ ਕਰਨ 'ਤੇ ਤੁਲ ਪੈਂਦੇ, ਜਾਂ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸ਼ਰਨ ਲੈ ਕੇ ਗੁਰੂ ਘਰ ਆਪਣਾ ਰੋਟੀ ਪਾਣੀ ਚਲਾਉਂਦੇ, ਉਹਦੇ ਗੁਰੂ ਘਰ ਦੀਆਂ ਗੋਲਕਾਂ ਤੋੜਨੀਆਂ ਸ਼ੁਰੂ ਕਰ ਦਿੰਦੇ। ਕਹਿੰਦੇ ਗੁਰੂ ਦੇ ਧਨ ਨੂੰ ਚੋਰੀ ਕਰਨ ਵਾਲੀ ਹੁਣ ਦੁਰਦਸ਼ਾ ਦੱਸਦੇ ਆ। ਪੰਡਿਤ ਹਰਦਿਆਲ ਜੀ ਲਿਖਦੇ ਹੈ, ਤੋਟ ਕਛੰਦ ਗੁਰ ਕੇ ਧਨ ਕੋ ਜਨ ਜੋ ਹਰ ਹੈ। ਹੇ ਭਾਈ, ਜਿਹੜਾ ਹੁੰਦਾ ਨਾ ਗੁਰੂ ਦਾ ਧਨ, ਉਹ ਤਾਂ ਬਹੁਤ ਮਹਾਨ ਆ ਜੇ ਉਹਨੂੰ ਚੰਗੀ ਤਰ੍ਹਾਂ ਖਾਧਾ ਜਾਏ ਤਾਂ, ਅਤੇ ਜੇ ਉਹਨੂੰ ਆਪਣੀ ਮਰਜ਼ੀ ਨਾਲ ਖਾਧਾ ਜਾਵੇ ਅਤੇ ਫਿਰ ਤਾਂ ਭਾਈ ਜ਼ਹਿਰ ਸਮਾਨ, ਫਿਰ ਤਾਂ ਸਮਝ ਲਓ ਤੁਸੀਂ ਜ਼ਹਿਰ ਹੀ ਖਾਣ ਡੇ ਜੀ। ਇਸੇ ਕਰਕੇ ਹੀ ਹੁਣ ਉਹ ਕਹਿ ਰਹੇ ਆ ਪੰਡਿਤ ਹਰਦਿਆਲ ਜੀ, ਹਰ ਜਿਹੜਾ ਸ਼ਬਦ ਉਹਦੇ ਰਾਰੇ ਨੂੰ ਸਿਹਾਰੀ ਪਾ ਲੈਣੀ ਉੱਥੇ। ਗੁਰ ਕੇ ਧਨ ਕੋ, ਹੇ ਭਾਈ, ਜਿਹੜਾ ਜਨ, ਜੋ ਜਨ, ਇੱਥੋਂ ਅਰਥ ਲੈਣਾ, ਜਿਹੜਾ ਮਨੁੱਖ ਗੁਰ ਕੇ ਕਹੀਏ ਗੁਰੂ ਦੇ, ਧਨ ਕੋ ਕਹੀਏ ਧਨ ਨੂੰ, ਹਰ ਕਹੀਏ ਚੁਰਾ ਲੈਂਦਾ ਹੈ। ਜਿਹੜਾ ਮਨੁੱਖ ਗੁਰੂ ਦੇ ਧਨ ਨੂੰ ਹਰ ਕਹੀਏ ਚੁਰਾ ਲੈਂਦਾ ਹੈ। ਹੱਥ ਤੇਜ ਵਿਭੂਤ ਦੁਖੀ ਮਰ ਹੈ। ਭਾਵ ਦੱਸਿਆ ਨਾ ਵੀ ਗੁਰੂ ਦੀ ਜਿਹੜੇ ਗੋਲਕਾਂ ਭੰਨ ਲੈਂਦੇ ਆ ਪਖੰਡੀ ਲੋਕ, ਜਿਹੜੇ ਲੁੱਟਣ 'ਤੇ ਹੋਏ। ਲੰਗਰ ਪਾਣੀ ਉਹਨਾਂ ਇਹੋ ਜਿਹਾ ਲਾ ਛੱਡਣਾ, ਪੈਸੇ ਦੀ ਕੋਈ ਉਹਨਾਂ ਕਮੀ ਨਹੀਂ ਛੱਡਣੀ ਚੁੱਕਣ ਲੱਗੇ, ਜਾਂ ਕੋਈ ਪਦਾਰਥ ਚੁੱਕ ਕੇ ਲੈ ਜਾਂਦਾ ਗੁਰੂ ਦੇ, ਕੋਈ ਇਹ ਪਦਾਰਥ ਨੂੰ ਚੁੱਕਣਾ, ਗੁਰੂ ਦੇ ਧਨ ਨੂੰ ਜਰਾਉਣਾ। ਅਤੇ ਹੱਥ ਤੇਜ ਵਿਭੂਤ ਦੁਖੀ ਮਰ, ਉਹਦਾ ਜਿਹੜਾ ਤੇਜ ਪ੍ਰਤਾਪ ਆ, ਜਸ ਆ, ਵਡਿਆਈ ਆ, ਹਾਂਜੀ, ਐਸ਼ਵਰਜ ਆ, ਉਹ ਹੱਦ ਕਹੀਏ ਨਾਸ ਹੋ ਜਾਂਦਾ। ਤੇਜ ਕਹੀਏ ਜਸ ਪ੍ਰਤਾਪ, ਜਿਹੜਾ ਦਾ ਤੇਜ ਪ੍ਰਤਾਪ ਸੀ ਨਾ, ਜਿਹੜਾ ਦਾ ਜਸ ਵਡਿਆਈ ਸੀ, ਅਤੇ ਵਿਭੂਤੀ ਕਹੀਏ ਧਨ ਦੌਲਤ ਆਦਿ, ਜ਼ਮੀਨ ਜਾਇਦਾਦ। ਹੱਦ ਕਹੀਏ ਉਹ ਵੀ ਨਾਸ ਹੋ ਜਾਂਦਾ। ਇੱਦਾਂ ਹੁੰਦਾ ਵੇਖਿਆ ਤਾਂ ਹੋ ਹੀ ਰਿਹਾ। ਦੁਖੀ ਮਰ, ਅਤੇ ਉਹ ਅੰਤ ਨੂੰ ਦੁਖੀ ਹੋ ਕੇ ਮਰਦਾ, ਅਤੇ ਗੱਲ ਕਹਿੰਦਾ, ਲੋਕੋ ਮੈਂ ਗੁਰੂ ਕਾ ਚੋਰ ਹਾਂ। ਇਸ ਕਰਕੇ ਭਾਈ ਗੁਰੂ ਕੇ ਧਨ ਦੀ ਚੋਰੀ ਨਹੀਂ ਕਰਨੀ। ਧਰਮ ਆਦਿ ਟਰੇ ਨਰਕੇ ਸੋ ਪਰੇ। ਉਸ ਦੇ ਜਿਹੜੇ ਧਰਮ ਦੇ ਵਿੱਚ ਕੀਤੇ ਹੋਏ ਨਾ ਕੰਮ, ਜਪ ਕਰਨਾ, ਤਪ ਕਰਨਾ, ਧੀਰਜ ਰੱਖਣੀ, ਧਰਮ ਵਿੱਚ ਪੱਕਿਆ ਰਹਿਣਾ, ਖਿਮਾ ਰੱਖਣੀ, ਇਹੋ ਜਿਹੇ ਜਿਹੜੇ ਧਰਮ ਦੇ ਗੁਣ ਸੀ ਨਾ ਉਹਦੇ ਧਰਮ ਆਦਿ ਦੇ ਸਾਰੇ ਜਿਹੜੇ ਹੈ, ਧਰਮ ਤੋਂ ਲੈ ਕੇ ਜਿੰਨੇ ਉਹਨੇ ਸ਼ੁਭ ਗੁਣ ਕਮਾਏ, ਆਦਿ ਦਾ ਅਰਥ ਸ਼ੁਭ ਗੁਣ ਜਿੰਨੇ, ਧਰਮ ਤੋਂ ਲੈ ਕੇ ਸ਼ੁਭ ਗੁਣ ਆਦਿ ਜਿੰਨੇ ਆ, ਟਰੇ ਕਹੀਏ ਟਲ ਜਾਂਦੇ ਆ, ਨਾਸ ਹੋ ਜਾਂਦੇ। ਨਰਕੇ ਸੋ ਪਰੇ, ਅਤੇ ਅੰਤ ਨੂੰ ਉਹ ਮਰ ਕੇ ਕੁੰਭੀ ਨਰਕ 'ਚ ਪਰੇ ਕਹੀਏ ਪੈਂਦਾ ਹੈ। ਸੋ ਕਹੀਏ ਉਹ ਪੁਰਸ਼ ਨਰਕ ਦੇ ਵਿੱਚ ਪਰੇ ਕਹੀਏ ਪੈਂਦਾ ਹੈ। ਉਪਜੇ ਪੁੰਨ ਤੇ ਸਵਪਚਾਦ ਘਰੇ, ਇਹਨੂੰ ਕਹਿਣਾ ਸਵਪਚਾਦ ਘਰੇ, ਇੱਦਾਂ ਪਾਠ ਕਰਨਾ, ਸੱਸੇ ਔਂਕੜ ਐੜਾ ਸਵਪਚਾਦ। ਅਤੇ ਉਪਜੇ ਪੁੰਨ ਤੇ ਸਾਰੇ ਨਰਕਾਂ ਦੇ ਦੁੱਖ ਭੋਗਦਾ ਰਹਿੰਦਾ। ਜਦੋਂ ਦੁੱਖ ਭੋਗਣ ਤੋਂ ਬਾਅਦ, ਪੁੰਨ ਤੇ ਦਾ ਅਰਥ ਤੋਂ, ਉਹਨਾਂ ਨਰਕਾਂ ਨੂੰ ਭੋਗਣ ਤੋਂ ਬਾਅਦ, ਪੁੰਨ ਕਹੀਏ ਫਿਰ, ਹਾਂਜੀ, ਜਦੋਂ ਉਹੀ ਨਰਕ ਭੋਗ ਕੇ ਮਨੁੱਖ ਉਪਜੇ ਕਹੀਏ ਪੈਦਾ ਹੁੰਦਾ, ਅਤੇ ਕਿੱਥੇ ਹੁੰਦਾ ਹੈ? ਸਵਪਚਾਦ ਘਰੇ। ਸਵਪ, ਜਿਹੜੇ ਸਵਪ ਹੋਣਾ, ਸਵਪਚਾਦ, ਸਵੈ ਆਪਣੇ ਆਪ ਨੂੰ ਜਿਹੜੇ ਮਾਰ ਕੇ ਖਾ ਲੈਣ ਵਾਲੇ ਬੰਦੇ ਨੂੰ ਖਾ ਖੂ ਜਾਂਦੇ ਜੰਡਾਲ ਹੈ। ਸਵਪਚਾਦ ਉਹ ਇਹੋ ਜਿਹੇ ਸਵਪ ਨਾਮ ਚੰਡਾਲ ਦਾ ਹੁੰਦਾ। ਚੰਡਾਲਾਂ ਆਦਿ ਭਾਵ ਨੀਵੀਆਂ ਜਾਤੀਆਂ ਦੇ ਘਰੇ ਕਹੀਏ ਘਰ ਵਿੱਚ ਪੈਦਾ ਹੁੰਦਾ। ਪਹਿਲਾਂ ਤਾਂ ਨਰਕ ਭੋਗਦਾ ਰਹਿੰਦਾ, ਨਰਕ ਭੋਗ ਕੇ ਉਪਜੇ ਪੁੰਨ ਤੇ, ਅਤੇ ਫਿਰ ਜਦੋਂ ਤੇ ਦਾ ਅਰਥ ਤੇ ਵੀ ਆ, ਤੇ ਦਾ ਅਰਥ ਵੀ ਤੋਂ ਉਹ ਜਨਮ ਨਰਕ ਭੋਗਣ ਤੋਂ ਬਾਅਦ, ਅਤੇ ਜਦੋਂ ਫਿਰ ਉਹ ਉਪਜੇ ਕਹੀਏ ਪੈਦਾ ਹੁੰਦਾ, ਅਤੇ ਕਿੱਥੇ ਹੁੰਦਾ?
ਸਵੱਪਜ ਨਾਮ ਹੁੰਦਾ ਵਾ ਚੰਡਾਲਾਂ ਦਾ। ਹਾਂਜੀ, ਚੰਡਾਲਾਂ ਆਦਿਕ ਦੇ ਨੀਵੀਆਂ ਜਾਤਾਂ ਦੇ ਘਰੇ ਕਹੀਏ ਘਰੇ ਪੈਦਾ ਹੁੰਦਾ। ਸਵੱਪਜ ਇਵੇਂ ਵੀ ਕਿਹਾ ਜਾਂਦਾ ਵੀ ਇਹ ਜਿਹੜੇ ਆ ਨਾ ਕੁੱਤਾ ਹੁੰਦਾ ਨਾ, ਕੁੱਤਾ, ਇਹ ਕੁੱਤੇ ਦੀ ਜੂਨ ਮਿਲਦੀ ਕਈਆਂ ਨੂੰ, ਅਤੇ ਕੁੱਤੇ ਤੋਂ ਬਾਅਦ ਚੰਡਾਲ ਬਣਦੇ ਆ ਜਾਂ ਚੰਡਾਲਾਂ ਘਰ ਜਨਮ ਲੈਂਦਾ। 100 ਜਨਮ ਕੁੱਤਾ ਆ ਕੇ ਮਰਦਾ ਅੱਗੇ ਆਏਗਾ ਹੀ। ਹਾਂਜੀ, ਉਹ ਇੱਥੇ ਆ ਹੀ ਜਾਣਾ। ਅਤੇ ਇਸ ਤਰ੍ਹਾਂ ਜਿਹੜਾ ਸਵੈਪਜ ਮਾਵਾ ਜਿਹੜਾ ਆਪਣੇ ਆਪ ਨੂੰ ਮਾਰ ਕੇ ਖਾ ਲੈਣ ਵਾਲਾ, ਹਾਂਜੀ, ਉਹ ਆਪਣੇ ਸਵੈ ਪਚਾਉਣ ਵਾਲਾ ਆਪਣੇ ਆਪ ਨੂੰ, ਇਸ ਤਰ੍ਹਾਂ ਉਹ ਚੰਡਾਲ ਹੀ ਹੁੰਦੇ ਆ। ਚੰਡਾਲ ਆਦਿ ਦੇ ਘਰੇ ਉਹ ਪੈਦਾ ਹੁੰਦਾ ਆ। ਸੋ ਅੱਜ ਆਪਾਂ ਇੱਥੇ ਸਮਾਪਤੀ ਜਿਹੜੀ ਕਰ ਦਈਏ, ਕਿਉਂਕਿ ਸਮਾਂ ਕਾਫੀ ਹੋ ਗਿਆ। ਮੈਂ ਥੋੜ੍ਹਾ ਦਾਰਸ਼ਨਿਕ ਕੰਮ 'ਤੇ ਕਿਤੇ ਜਾਣਾ ਸੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਇੱਥੇ ਸਮਾਪਤੀ ਕਰੀਏ ਅਖੀਰਲੀਆਂ ਪੰਕਤੀਆਂ ਪੜ੍ਹ ਕੇ। ਧਰਮ ਆਦਿ ਟਰੇ ਨਰ ਕੇ ਸੋ ਪਰੇ, ਉਪਜੇ ਪੁੰਨ ਤੇ ਸਭ ਪ੍ਰਚਾਦ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।